ਕਿ ਬੱਚੇ ਨੂੰ ਅਸੀਂ ਝਿੜਕ ਦਿੱਤਾ, ਹੋ ਸਕਦਾ ਹੈ ਜਾ ਕੇ ਖੁਦਕੁਸ਼ੀ ਕਰ ਲਵੇ, ਖਤਮ ਹੋ ਜਾਵੇ, ਘਰੋਂ ਭੱਜ ਜਾਵੇ, ਕਿਸੇ ਹੋਰ ਥਾਂ ਤੇ ਜਾ ਕੇ ਗਲਤ ਰਾਹ ਪੈ ਜਾਵੇ। ਇਹ ਜ਼ਿੰਦਗੀ 'ਚ ਜੋ ਕੁਛ ਵਾਪਰਦਾ ਜੇ, ਚੰਗਾ ਮਾੜਾ, ਜੀ। ਉਸ ਤੋਂ ਪਤਾ ਹੀ ਨਹੀਂ ਸਾਨੂੰ ਹੁੰਦਾ ਹੋਰ ਕਿੰਨਾ ਮਾੜਾ ਵਾਪਰ ਜਾਣਾ ਹੁੰਦਾ ਹੈ। ਸੋ ਉਸ ਸਰਵੇਖਣ ਦੇ ਅਨੁਸਾਰ ਅਮਰੀਕਾ ਦੇ ਵਿੱਚ 3 ਤੋਂ ਲੈ ਕੇ 17 ਸਾਲਾਂ ਦੇ 3.9% ਬੱਚੇ ਉਹਨਾਂ ਨੇ ਕਿਹਾ ਸੀਵੀਅਰ ਡਿਪਰੈਸ਼ਨ ਨਾਲ ਜੂਝ ਰਹੇ ਨੇ। 12 ਤੋਂ 17 ਸਾਲ ਦੇ 12.8% ਬੱਚੇ ਨੇ ਜਿਨ੍ਹਾਂ ਵਿੱਚ ਕਾਫੀ ਨੇ ਜੋ ਗਨ ਕਲਚਰ ਵੱਲ ਖਿੱਚੇ ਗਏ ਨੇ, ਡਰੱਗਸ ਵੱਲ ਖਿੱਚੇ ਗਏ ਨੇ। ਉੱਥੋਂ ਪਤਾ ਲੱਗਿਆ ਕਿ ਕੀ ਆਖਰ ਡਿਪਰੈਸ਼ਨ ਹੁੰਦੀ ਜੇ ਤੇ ਵਾਕਈ 3 ਵਰਿਆਂ ਦੇ ਬੱਚੇ ਨੂੰ ਵੀ ਇਹ ਹੋ ਸਕਦੀ ਹੈ ਜਿੱਥੇ ਸਾਨੂੰ ਅੰਦਾਜ਼ਾ ਵੀ ਨਹੀਂ ਹੁੰਦਾ। ਇਹ ਲੱਛਣ ਜੇ ਲਗਾਤਾਰ 2 ਹਫ਼ਤੇ ਰਹਿੰਦੇ ਹੋਣ ਤਾਂ ਹੀ ਉਹਨੂੰ ਅਸੀਂ ਮੇਜਰ ਡਿਪਰੈਸਿਵ ਡਿਸਆਰਡਰ ਕਹਿੰਦੇ ਆ। ਇਹ ਇੱਕਦਮ ਜਿਹੜਾ ਭੜਕਣਾ ਇਹ ਠੀਕ ਨਹੀਂ ਹੁੰਦਾ। ਇੰਝ ਹੀ ਇੱਕ ਮੈਨਿਕ ਫੇਜ਼ ਆਉਂਦਾ ਜੇ ਜਿਸ ਵਿੱਚ ਬੱਚਾ ਹਫ਼ਤਾ ਭਰ ਕੁਛ ਹੋਰ ਹੀ ਯਾਨੀ ਪੋਜ਼ਿਟਿਵ ਸਗੋਂ ਓਵਰ ਪੋਜ਼ਿਟਿਵ ਮੂਡ ਵਿੱਚ ਫਿਰਦਾ ਫਿਰੇ। ਸੁਪਨੇ ਵਿੱਚ ਵੀ ਉਹ ਦੱਸੇ ਉੱਠ ਕੇ ਮੈਨੂੰ ਮੌਤ ਦਾ ਸੁਪਨਾ ਆ ਰਿਹਾ ਹੈ ਜਾਂ ਮੈਂ ਕੋਈ ਮੈਨੂੰ ਮਾਰ ਰਿਹਾ ਜਾਂ ਮੈਂ ਕਿਸੇ ਨੂੰ ਮਾਰ ਰਿਹਾ। ਏਦਾਂ ਦੀਆਂ ਚੀਜ਼ਾਂ ਇਹਦੇ ਲਈ ਠੀਕ ਨਹੀਂ ਹਨ। ਗੁਰਦੇ ਦੀਆਂ ਕੁਝ ਬਿਮਾਰੀਆਂ ਜਿਨ੍ਹਾਂ 'ਚ ਗੁਰਦਿਆਂ ਦਾ ਫੇਲ ਹੋਣਾ, ਯੂਰੀਮੀਆ ਹੋ ਜਾਣਾ, ਉਹਦੇ ਵਿੱਚ ਵੀ ਇਸੇ ਤਰ੍ਹਾਂ ਦੇ ਹੀ ਲੱਛਣ ਦਿਖ ਸਕਦੇ ਨੇ। ਕੀਮੋਥੈਰੇਪੀ ਉਹਦੇ ਨਾਲ ਵੀ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਦਿਖ ਸਕਦੀਆਂ ਨੇ। ਪਹਿਲਾਂ ਹੀ ਬੱਚਾ ਜੂਝ ਰਿਹਾ ਹੁੰਦਾ ਬਿਮਾਰੀ ਨਾਲ, ਕੁਝ ਦਵਾਈਆਂ ਦੇ ਸਾਈਡ ਇਫੈਕਟਸ ਬੜੇ ਤਗੜੇ ਹੁੰਦੇ ਨੇ। ਇਸੇ ਤਰ੍ਹਾਂ ਬਲੱਡ ਪ੍ਰੈਸ਼ਰ ਦੀਆਂ ਕੁਝ ਦਵਾਈਆਂ ਦੇ ਨਾਲ ਵੀ ਬੜਾ ਤਗੜਾ ਡਿਪਰੈਸ਼ਨ ਤੁਹਾਨੂੰ ਦਿਖ ਸਕਦਾ ਹੁੰਦਾ ਜੇ। ਸਟੀਰੋਇਡਸ ਜੇ ਲੈਂਦੇ ਹੋਵੋ ਉਹ ਵੀ ਕਈ ਵਾਰ ਇਸੇ ਤਰ੍ਹਾਂ ਦੀ ਹੀ ਤੁਹਾਨੂੰ ਡਿਪਰੈਸ਼ਨ ਵਰਗੀ ਚੀਜ਼ ਲੱਗਦਾ ਕਿ ਹੋ ਰਹੀ ਹੈ। ਕਿ ਘਰਾਂ ਦੇ ਵਿੱਚ ਆਪਸੀ ਲੜਾਈ ਕਈ ਵਾਰ ਡਾਈਵੋਰਸ ਤੱਕ ਵੀ ਚਲੀ ਜਾਂਦੀ ਜੇ। ਛੋਟੇ ਬੱਚੇ ਦੇ ਦਿਮਾਗ ਤੇ ਇੰਨਾ ਤਗੜਾ ਅਸਰ ਪਾਉਂਦੀ ਜੇ ਕਿ ਉਹ ਜ਼ਿੰਦਗੀ ਭਰ ਨਾਰਮਲ ਹੋ ਹੀ ਨਹੀਂ ਸਕਦਾ। ਹੁਣ ਉਹ ਸਾਈਕੋਥੈਰੇਪੀ ਕੋਈ ਛੋਟੀ ਮੋਟੀ ਨਹੀਂ ਹੁੰਦੀ, 4 ਤੋਂ 8 ਹਫ਼ਤਿਆਂ ਤੱਕ ਹੁੰਦੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ। ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਹਰ ਉਹ ਟੌਪਿਕਸ ਤੇ ਜਿਸ ਵਿੱਚ ਅਸੀਂ ਪਰਿਵਾਰ ਦੇ ਵਿੱਚ ਬਹਿ ਕੇ ਕੁਝ ਗੱਲਾਂ, ਕੁਝ ਵਿਚਾਰ ਵਟਾਂਦਰਾ ਕਰਦੇ ਹੁੰਦੇ ਹਾਂ। ਕਈ ਗੱਲਾਂ ਜੋ ਅਸੀਂ ਸੋਚਦੇ ਹੁੰਦੇ ਹਾਂ ਵੀ ਇਸ ਤੇ ਗੱਲਬਾਤ ਕਰਨੀ ਬਣਦੀ ਹੈ। ਕੌਣ ਉਹ ਬੰਦਾ ਹੋਵੇ ਜੋ ਸਾਨੂੰ ਦੱਸੇ ਕਿ ਆਖਿਰਕਾਰ ਕੀ ਕੁਝ ਜ਼ਿੰਦਗੀ ਦੇ ਵਿੱਚ ਚੱਲ ਰਿਹਾ, ਕਿਹੜੀ ਅਸੀਂ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਾਂ, ਕਿਹੜਾ ਕੁਝ ਸਾਡਾ ਖਾਣ ਪੀਣ ਹੋਵੇ, ਕਿਸ ਤਰੀਕੇ ਦੇ ਨਾਲ ਅਸੀਂ ਸਿਹਤਮੰਦ ਰਹਿ ਸਕੀਏ। ਕੋਈ ਤਾਂ ਹੋਵੇ ਜੋ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਦੇ ਸਕੇ। ਸੋ ਉਹੀ ਸਾਰੀਆਂ ਗੱਲਾਂ ਨੂੰ, ਉਹੀ ਸਾਰੇ ਟੌਪਿਕਸ ਨੂੰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਹਾਂ। ਕੋਸ਼ਿਸ਼ ਕਰਦੇ ਹੁੰਦੇ ਹਾਂ ਸਮਾਂ ਰਹਿੰਦੇ ਉਹਨਾਂ ਸਾਰਿਆਂ ਦੇ ਜਵਾਬ ਤੁਹਾਨੂੰ ਜ਼ਰੂਰ ਦਿੱਤੇ ਜਾਣ। ਸੋ ਇਸ ਲਈ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਤੋਂ ਫੇਸਬੁੱਕ ਤੇ YouTube ਦੇ ਜ਼ਰੀਏ ਵੀ ਮਿਲਦੀਆਂ ਨੇ। ਉਹਨਾਂ ਹੀ ਟੌਪਿਕਸ ਨੂੰ ਅਸੀਂ ਆਧਾਰ ਬਣ ਕੇ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਹਾਂ। ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਸਾਰੇ ਹੀ ਉਹ ਟੌਪਿਕਸ ਰੱਖੇ ਜਾਣ ਜਿਸ ਤੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ, ਜਿਸ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬੱਚਿਆਂ ਦੇ ਵਿੱਚ ਵੱਧ ਰਹੇ ਡਿਪਰੈਸ਼ਨ ਬਾਰੇ ਕਿ ਕੀ ਕਾਰਨ ਨੇ ਡਿਪਰੈਸ਼ਨ ਵੱਧ ਰਿਹਾ, ਕੀ ਕੁਝ ਹੋ ਰਿਹਾ ਜ਼ਿੰਦਗੀ ਦੇ ਵਿੱਚ, ਬੱਚੇ ਕਿੱਧਰ ਨੂੰ ਜਾ ਰਹੇ ਨੇ, ਬੱਚਿਆਂ ਦੇ ਡਿਪਰੈਸ਼ਨ ਦੇ ਵਿੱਚ ਰਹਿਣ ਦਾ ਆਖਿਰਕਾਰ ਕਾਰਨ ਕੀ ਹੈ। ਸੋ ਬਹੁਤ ਸਾਰੀਆਂ ਅਹਿਮ ਗੱਲਾਂ ਹੋਣਗੀਆਂ। ਸੋ ਸਾਡੇ ਨਾਲ ਅੱਜ ਹਰ ਵਾਰ ਦੀ ਤਰ੍ਹਾਂ ਪਟਿਆਲਾ ਤੋਂ ਜੁੜੇ ਨੇ ਡਾਕਟਰ ਹਰਸ਼ਿੰਦਰ ਕੌਰ। ਅਸੀਂ ਇਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਵੇਖ ਰਹੇ ਨੇ ਸਾਰਿਆਂ ਨੂੰ ਨਿੱਘੀ ਫਤਿਹ। ਦਰਅਸਲ ਜਿਵੇਂ ਹਮੇਸ਼ਾ ਵਾਂਗ ਅਸੀਂ ਕੋਈ ਨਾ ਕੋਈ ਟੌਪਿਕ ਜੋ ਸਾਨੂੰ ਬਹੁਤ ਡਿਮਾਂਡ ਆਉਂਦੀ ਜੇ ਉਹਦੇ ਉੱਤੇ ਹੀ ਅਸੀਂ ਜ਼ਿਕਰ ਕਰਦੇ ਹਾਂ। ਸੋ ਉਸੇ ਹਿਸਾਬ ਨਾਲ ਅੱਜ ਦਾ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਡਿਪਰੈਸ਼ਨ ਬਾਰੇ ਗੱਲ ਕਰਾਂਗੇ ਬੱਚਿਆਂ ਵਿੱਚ। ਸ਼ਾਇਦ ਲੱਗਦਾ ਹੋਏ ਕਿਸੇ ਨੂੰ ਕਿ ਇਹ ਕੋਈ ਟੌਪਿਕ ਹੈ, ਪਰ ਜਿਸ ਤਰੀਕੇ ਦੇ ਅਸੀਂ ਦੱਸਾਂਗੇ ਆਪਾਂ ਇਸ ਪ੍ਰੋਗਰਾਮ ਵਿੱਚ ਕਿ ਕਿਹੜੇ-ਕਿਹੜੇ ਲੱਛਣ ਹੁੰਦੇ ਨੇ, ਹੈਰਾਨ ਹੀ ਹੋ ਜਾਣਗੇ ਮਾਪੇ ਕਿ ਅੱਛਾ ਉਹਨਾਂ ਦਾ ਬੱਚਾ ਡਿਪਰੈਸ਼ਨ ਵਿੱਚ ਵੀ ਗਿਆ ਹੋਇਆ ਤੇ ਉਹ ਵੀ ਜੇ ਅਣਪਛਾਤੀ ਹੈ ਤਾਂ ਕਿਸ ਤਰੀਕੇ ਮਾਨਸਿਕ ਰੋਗ ਤੱਕ ਬਣ ਸਕਦਾ। ਤੇ ਫਿਰ ਅਸੀਂ ਕਹਿੰਦੇ ਹਾਂ ਇਹ ADHD ਹੈ, ਔਟਿਜ਼ਮ ਹੈ, ਜਦ ਕਿ ਉਹ ਛੋਟੇ ਤੋਂ ਛੋਟਾ ਬੱਚਾ 3 ਵਰਿਆਂ ਦਾ ਵੀ ਡਿਪਰੈਸ਼ਨ ਉਹਨੂੰ ਹੋ ਸਕਦੀ ਹੈ। ਇਹ ਕਮਾਲ ਦੀ ਖੋਜ ਹੈ ਜੋ ਅੱਜ ਆਪਾਂ ਸਾਂਝੀ ਕਰਾਂਗੇ।
ਜੀ ਬਿਲਕੁਲ ਮੈਮ। ਤੇ ਉਸ ਤੋਂ ਪਹਿਲਾਂ ਅਕਸਰ ਜਿਹੜੇ ਦਰਸ਼ਕਾਂ ਨੂੰ ਇੰਤਜ਼ਾਰ ਹੁੰਦਾ ਤੇ ਮੈਨੂੰ ਵੀ ਇੰਤਜ਼ਾਰ ਹੁੰਦਾ ਕਿ ਤੁਸੀਂ ਸਾਰਿਆਂ ਨੂੰ ਇੱਕ ਕਹਾਣੀ ਸੁਣਾਉਂਦੇ ਹੁੰਦੇ ਹੋ, ਤੇ ਦਰਸ਼ਕਾਂ ਦੇ ਲਈ ਤੁਸੀਂ ਅੱਜ ਕਿਹੜੀ ਕਹਾਣੀ ਲੈ ਕੇ ਆਏ ਹੋ? ਜੀ ਅੱਜ ਅਮਰੀਕਾ ਦੇ ਇੱਕ ਬੱਚੇ ਦੀ ਕਹਾਣੀ ਜੇ। ਹੂੰ। ਉਹ ਇੱਕ ਦਿਨ ਉਹਦਾ ਪਿਓ ਜਦੋਂ ਉਹਦੇ ਕਮਰੇ ਦੇ ਬਾਹਰ, ਕਿਉਂਕਿ ਦੇਖੋ ਬਹੁਤਾ ਕੋਈ ਤੁਹਾਨੂੰ ਪਤਾ ਹੀ ਹੈ ਕਿ ਇੰਟਰਫੇਅਰ ਬੱਚਿਆਂ ਦੀ ਜ਼ਿੰਦਗੀ ਵਿੱਚ ਕਰਦੇ ਨਹੀਂ। ਹੂੰ। ਸੋ ਇਸ ਤਰ੍ਹਾਂ ਉਹਨੇ ਦੇਖਿਆ ਇੱਕ ਦਿਨ ਸਵੇਰੇ ਕਿ ਦਰਵਾਜ਼ਾ ਅੱਧਾ ਖੁੱਲਾ ਏ, ਬਿਜਲੀ ਵੀ ਜਗ ਰਹੀ ਹੈ ਤੇ ਸਵੇਰ ਦਾ ਵਕਤ ਏ, ਇੰਨਾ ਸਵੇਰੇ ਕੀ ਹੋ ਗਿਆ, ਕਿੱਥੇ ਇਸ ਤਰ੍ਹਾਂ ਤਾਂ ਜਾਗਦਾ ਨਹੀਂ। ਸੋ ਉਹਨੇ ਨੌਕ ਕੀਤਾ ਪਰ ਉਹ ਕੋਈ ਅੰਦਰੋਂ ਆਵਾਜ਼ ਨਾ ਆਈ। ਖੋਲਿਆ ਤੇ ਦੇਖਿਆ ਕਮਰੇ ਦੇ ਵਿੱਚ ਕੋਈ ਵੀ ਨਹੀਂ ਸੀ। ਜੀ। ਉਹਨੇ ਸੋਚਿਆ ਗੁਸਲਖਾਨੇ 'ਚ ਗਿਆ ਹੋਣਾ, ਪੁੱਛਿਆ ਵੀ ਠੀਕ ਠਾਕ ਹੈ ਤੂੰ, ਫਿਰ ਕੋਈ ਆਵਾਜ਼ ਨਾ ਆਈ। ਹੂੰ। ਤੇ ਇੱਕਦਮ ਉਹਦੀ ਨਜ਼ਰ ਪਈ ਕਿ ਸਿਰਹਾਣੇ ਉੱਤੇ ਕੁਛ ਲਾਲ ਜੇ ਲਿਫਾਫੇ 'ਚ ਕੋਈ ਚਿੱਠੀ ਪਈ ਹੈ ਜਿਹਦੇ ਉੱਤੇ ਡੈਡ ਲਿਖਿਆ ਹੋਇਆ ਹੈ। ਹੂੰ। ਆਪਣੇ ਪਿਓ ਦੇ ਲਈ ਉਹਨੇ ਚਿੱਠੀ ਉਹ ਰੱਖੀ ਹੋਈ। ਜੀ। ਸੋ ਉਹ ਹੈਰਾਨ ਹੋਇਆ ਵੀ ਕੀ ਹੋ ਗਿਆ, ਇਸ ਵੇਲੇ ਚਿੱਠੀ ਕਿਉਂ ਲਿਖ ਕੇ, ਤੇ ਉਹ ਵੀ ਸਵੇਰੇ ਸਵੇਰੇ ਐਡੀ ਜੀ। ਕੀ ਕਾਰਨ ਹੋ ਸਕਦਾ। ਸੋ ਉਹਨੇ ਇੱਕਦਮ ਘਬਰਾ ਕੇ ਚਿੱਠੀ ਖੋਲੀ ਕਿ ਕੀ ਹੈ। ਲਿਖਿਆ ਸੀ, ਹੁਣ ਮੈਂ 15 ਵਰਿਆਂ ਦਾ ਹੋ ਗਿਆ ਹੂੰ। ਤੇ ਮੈਂ ਆਪਣੀ ਹੁਣ 28 ਸਾਲ ਦੀ ਇੱਕ ਮੇਰੀ ਹੈ ਗਰਲਫ੍ਰੈਂਡ, ਜਿਹਦੇ ਨਾਲ ਮੈਂ ਹੁਣ ਜਾਣ ਲੱਗਿਆ। ਕਿਉਂਕਿ ਤੁਸੀਂ ਉਹ ਹਾਂ ਹੀ ਨਹੀਂ ਸੀ ਕਰਨੀ, ਇਸ ਕਾਰਨ ਮੈਂ ਘਰ ਛੱਡ ਕੇ ਜਾ ਰਿਹਾ। ਤੇ ਉੱਥੇ ਉਹਦੇ ਕੋਲ ਕਾਫੀ ਉਹਨੇ ਲੱਕੜਾਂ ਲੁਕੜਾਂ ਇਕੱਠੀਆਂ ਕੀਤੀਆਂ ਹੋਈਆਂ ਨੇ, ਜਿਹਦੇ ਨਾਲ ਅਸੀਂ ਜੰਗਲ ਦੇ ਵਿੱਚ ਇੱਕ ਛੋਟਾ ਜਿਹਾ ਆਪਣਾ ਲੌਜ ਜਿਹਾ ਘਰ ਬਣਾ ਲਵਾਂਗੇ। ਉੱਥੇ ਸਾਨੂੰ ਹੋਰ ਕੁਝ ਬਹੁਤਾ ਲੈਣ ਦੀ ਲੋੜ ਨਹੀਂ, ਆਸ-ਪਾਸ ਉਗਾ ਲਵਾਂਗੇ ਸਬਜ਼ੀਆਂ ਸੁਬਜ਼ੀਆਂ, ਉੱਥੇ ਹੀ ਅਸੀਂ ਗੁਜ਼ਾਰਾ ਕਰ ਲਵਾਂਗੇ, ਕੁਝ ਸ਼ਿਕਾਰ ਕਰ ਲਵਾਂਗੇ, ਸਾਡਾ ਗੁਜ਼ਾਰਾ ਇੰਝ ਹੀ ਹੁੰਦਾ ਰਹੇਗਾ। ਸੋ ਮੈਂ ਘਰ ਦਾ ਜਿੰਨਾ ਵੀ ਪੈਸਾ ਸੀ ਉਹ ਨਾਲ ਲੈ ਗਿਆ, ਕਿਉਂਕਿ ਉਹਦੇ ਕੋਲ ਕੁਝ ਹੈ ਨਹੀਂ। ਪਰ ਮੈਂ ਉਮੀਦ ਕਰਦਾ ਵੀ ਅਸੀਂ ਜਦੋਂ ਕੁਝ ਦੇਰ ਰਹਿ ਲਵਾਂਗੇ, ਉਦੋਂ ਤੱਕ ਯਾਨੀ ਹੋਰ ਹੋ ਸਕਦਾ 8-10 ਸਾਲਾਂ ਤੱਕ ਏਡਜ਼ ਦਾ ਇਲਾਜ ਆ ਜਾਵੇ, ਕਿਉਂਕਿ ਉਸਨੂੰ, ਜੋ ਮੇਰੀ ਗਰਲਫ੍ਰੈਂਡ ਹੈ, ਉਹਨੂੰ ਏਡਜ਼ ਦੀ ਬਿਮਾਰੀ ਹੈ। ਹੂੰ। ਤੇ ਅਸੀਂ ਜ਼ਰੂਰ ਵਧੀਆ ਅਸੀਂ ਰਿਸ਼ਤੇ ਰੱਖਾਂਗੇ। ਤੇ ਮੈਂ ਚਾਹੁੰਦਾ ਕਿ ਸਾਡੇ 10-12 ਬੱਚੇ ਵੀ ਹੋਣ ਤੇ ਉਹਨਾਂ ਦੇ ਵੀ ਅੱਗੋਂ ਬੱਚੇ ਹੋਣ, ਤੇ ਅਸੀਂ ਫਿਰ ਦੇਖਾਂਗੇ ਜੇ ਉਦੋਂ ਤੱਕ ਤੁਸੀਂ ਜ਼ਿੰਦਾ ਰਹੇ ਤਾਂ ਵਾਪਸ ਆਵਾਂਗੇ ਘਰ ਦੇ ਵਿੱਚ, ਫਿਰ ਤੁਹਾਨੂੰ ਮਿਲਾਂਗੇ। ਯਾਨੀ ਇਸ ਤਰੀਕੇ ਦੀ ਉਹਨੇ ਚੀਜ਼ ਲਿਖੀ ਹੋਈ ਸੀ। ਵਿੱਚ ਲਿਖਿਆ ਸੀ ਉਹਨੂੰ ਨਸ਼ਾ ਕਰਨ ਦੀ ਆਦਤ ਹੈ, ਸੋ ਹੋ ਸਕਦਾ ਸਾਨੂੰ ਕਿਤੇ ਚੋਰੀ ਡਕੈਤੀ ਵੀ ਕਰਨੀ ਪੈ ਜਾਵੇ ਕਿ ਇੰਨਾ ਉਹ ਕਿਵੇਂ ਅਸੀਂ ਅਦਰਵਾਈਜ਼ ਉਹਦੇ ਨਸ਼ੇ ਦੀ ਲੱਤ ਨਹੀਂ ਪੂਰੀ ਕਰ ਸਕਣ ਲੱਗੇ। ਯਾਨੀ ਇੱਕ ਤਰੀਕੇ ਉਹਨੇ ਦੱਸਤਾ, ਉਹਨੂੰ ਏਡਜ਼ ਵੀ ਹੈ, ਉਹਨੂੰ ਨਸ਼ੇ ਦੀ ਲੱਤ ਵੀ ਹੈ, ਉਹਨੂੰ ਸਾਰਾ ਕੁਝ ਵੀ ਹੈ, ਤੇ ਉਹਦੀ ਉਤੋਂ ਦੁੱਗਣੀ ਉਮਰ ਦੀ ਵੀ ਹੈ, ਤੇ ਹੁਣ ਉਹ ਚੱਲਿਆ ਵੀ ਹੈ, ਪੈਸੇ ਵੀ ਲੈ ਗਿਆ। ਸਭ ਕੁਝ ਦੇਖ ਕੇ ਉਹਦੇ ਪਿਓ ਦੀ ਤਾਂ ਹਾਲ ਮਾੜਾ ਵੀ ਕੀ ਕਰ ਰਿਹਾ ਹੈ, ਪਾਗਲ ਆਦਮੀ ਹੈ, ਸਾਰਾ ਕੁਝ ਹੀ ਖਤਮ ਕਰ ਲਏਗਾ। ਹੂੰ। ਅਖੀਰ 'ਚ ਲਿਖਿਆ ਸੀ PTO, ਪਲੀਜ਼ ਟਰਨ ਓਵਰ। ਤੇ ਹੂੰ। ਜਦੋਂ ਪਾਸਾ ਮੋੜਿਆ ਚਿੱਠੀ ਦਾ, ਉਹਦੇ 'ਚ ਲਿਖਿਆ ਸੀ ਅਜਿਹਾ ਕੁਝ ਵੀ ਨਹੀਂ ਹੈ, ਮੈਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਇੰਨੀ ਮਾੜੀ ਵੀ ਹਾਲਤ ਹੋ ਸਕਦੀ ਸੀ, ਇਹ ਕੁਝ ਵੀ ਨਹੀਂ ਹੋਇਆ। ਮੈਂ ਆਪਣੇ ਦੋਸਤ ਦੇ ਘਰ ਗਿਆ ਸਿਰਫ ਇਸ ਕਾਰਨ ਕਿ ਨਾਲ ਰਿਪੋਰਟ ਕਾਰਡ ਪਿਆ ਮੇਜ਼ ਤੇ, ਦੇਖ ਲਿਓ ਮੈਂ ਫੇਲ ਹੋ ਗਿਆ। ਪਰ ਹੂੰ। ਇਹ ਵੀ ਸੋਚ ਲਿਓ ਕਿ ਓਨਾ ਕੀ ਚੀਜ਼ ਬਹੁਤ ਸੀ। ਜੇ ਮੈਨੂੰ ਅਲਾਓ ਕਰੋਗੇ ਮੈਂ ਵਾਪਸ ਆ ਲਾਂਗਾ, ਮਾੜਾ ਮੋਟਾ ਝਿੜਕ ਲਿਓ, ਪਰ ਜੇ ਮੈਂ ਆਹ ਕੁਝ ਕਰ ਜਾਂਦਾ ਤਾਂ ਫੇਰ ਸ਼ਾਇਦ ਤੁਸੀਂ ਜ਼ਿਆਦਾ ਮਾੜਾ ਮਹਿਸੂਸ ਕਰਦੇ। ਤਾਂ ਇਸ ਕਰਕੇ ਜੇ ਖਿਮਾ ਕਰ ਦਿਓਗੇ, ਮੈਨੂੰ ਫੋਨ ਕਰ ਦਿਓ, ਮੈਂ ਵਾਪਸ ਆ ਜਾਵਾਂਗਾ। ਹੂੰ। ਹੁਣ ਇਹਦੇ ਵਿੱਚ ਬਹੁਤ ਡੂੰਘੀ ਗੱਲ ਹੈ। ਅਸੀਂ ਮਾਪੇ ਵਾਕਈ ਫੇਲ ਹੋਏ ਬੱਚੇ ਤੇ ਜੋ ਹਾਲ ਕਰਦੇ ਆ, ਮੇਰਾ ਖਿਆਲ ਉਹ ਲੁਕਿਆ ਨਹੀਂ ਹੈ। ਬਿਲਕੁਲ। ਜਿਸ ਤਰੀਕੇ ਮਾਰ ਕੁਟਾਈ ਹੁੰਦੀ ਹੈ, ਜਿਸ ਤਰੀਕੇ ਮਾੜੀ ਸ਼ਬਦਾਵਲੀ ਬੋਲੀ ਜਾਂਦੀ ਹੈ, ਜਿਸ ਤਰੀਕੇ ਢਹਿੰਦੀ ਕਲਾ ਵੱਲੋਂ ਬੱਚੇ ਉਦੋਂ ਪਹੁੰਚਦੇ ਨੇ, ਹੋ ਸਕਦਾ ਬਹੁਤ ਕੁਝ ਉਸ ਤੋਂ ਮਾੜਾ ਵੀ ਹੁੰਦਾ ਹੋਵੇ ਜੋ ਸਾਡੇ ਉਸ ਸਮੇਂ ਖਿਆਲ ਹੀ ਨਹੀਂ ਹੁੰਦਾ ਕਿ ਬੱਚੇ ਨੂੰ ਅਸੀਂ ਝਿੜਕ ਦਿੱਤਾ। ਹੋ ਸਕਦਾ ਜਾ ਕੇ ਖੁਦਕੁਸ਼ੀ ਕਰ ਲਵੇ, ਖਤਮ ਹੂੰ। ਹੋ ਜਾਵੇ, ਘਰੋਂ ਭੱਜ ਜਾਵੇ, ਕਿਸੇ ਹੋਰ ਥਾਂ ਤੇ ਜਾ ਕੇ ਗਲਤ ਰਾਹ ਪੈ ਜਾਵੇ। ਪਰ ਆਖਰ ਉਹ ਫੇਲ ਕਿਉਂ ਹੋਇਆ? ਹੂੰ। ਕੀ ਤੇ ਉਸ ਚੀਜ਼ 'ਚ ਇੰਟਰਸਟ ਨਹੀਂ ਸੀ, ਜਾਂ ਕੀ ਸਾਨੂੰ ਲੱਗਦਾ ਏ
ਕਿ ਉਹਦੇ ਵਿੱਚ ਜੋ ਅਸੀਂ ਉਹਨੂੰ ਧੱਕਿਓ ਜ਼ੋਰੀ ਪੜ੍ਹਾ ਰਹੇ ਆ, ਸ਼ਾਇਦ ਉਹ ਕੁਝ ਹੋਰ ਪੜ੍ਹਨਾ ਚਾਹੁੰਦਾ ਹੋਵੇ। ਯਾਨੀ ਇਸ ਤਰੀਕੇ ਦੇ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਸਾਡੇ ਧਿਆਨ ਵਿੱਚ ਨਹੀਂ ਰਹਿੰਦੀਆਂ, ਤੇ ਮੈਨੂੰ ਲੱਗਦਾ ਹੈ ਸਾਨੂੰ ਜ਼ਰੂਰ ਇਸ ਚੀਜ਼ ਤੋਂ, ਇੰਨੀ ਕੀ ਕਹਾਣੀ ਤੋਂ ਸਮਝ ਆ ਜਾਣੀ ਚਾਹੀਦੀ ਹੈ ਕਿ ਜ਼ਿੰਦਗੀ 'ਚ ਜੋ ਕੁਝ ਵਾਪਰਦਾ ਜੇ, ਚੰਗਾ ਮਾੜਾ, ਜੀ। ਉਸ ਤੋਂ ਪਤਾ ਹੀ ਨਹੀਂ ਸਾਨੂੰ ਹੁੰਦਾ ਹੋਰ ਕਿੰਨਾ ਮਾੜਾ ਵਾਪਰ ਜਾਣਾ ਹੁੰਦਾ। ਹੂੰ, ਸੋ ਹੂੰ। ਉਸ ਚੀਜ਼ ਤੇ ਉਸ ਸਮੇਂ ਥੋੜਾ ਜਿਹਾ ਜੇ ਠਹਿਰਾਓ ਰੱਖ ਲਈਏ ਕਿ ਜੀ। ਕੋਈ ਗੱਲ ਨਹੀਂ, ਬੱਚਾ ਹੈ, ਗਲਤੀ ਹੋ ਗਈ, ਤਾਂ ਆਪਾਂ ਪਿਆਰ ਨਾਲ ਉਹਨੂੰ ਜੇ ਸੇਧ ਦੇ ਸਕੀਏ, ਉਹਨੂੰ ਰਾਹ ਫਿਰ ਦਿਖਾ ਸਕੀਏ, ਜਾਂ ਉਹਦੀ ਮਰਜ਼ੀ ਦਾ ਰਾਹ ਜੋ ਚੁਣਨਾ ਚਾਹੁੰਦਾ ਉਧਰ ਲਿਜਾ ਸਕੀਏ, ਤਾਂ ਉਹ ਜ਼ਿਆਦਾ ਵਧੀਆ ਹੋਏਗਾ, ਬਜਾਏ ਕਿ ਜਿਵੇਂ ਮੈਂ ਦੱਸਿਆ ਕਿ ਉਸ ਤਰ੍ਹਾਂ ਦੀ ਉਹ ਲਿਖ ਕੇ ਚਿੱਠੀ ਬੱਚਾ ਇੱਕ ਹਿੰਟ ਹੀ ਦੇ ਰਿਹਾ ਹੈ। ਬਹੁਤ ਕੁਝ ਹੋਰ ਵੀ ਮਾੜਾ ਹੋ ਸਕਦਾ ਹੈ, ਹੂੰ। ਪਰ ਇੱਕ ਸਿਰਫ ਫੇਲ ਹੋਣ ਦਾ ਮਤਲਬ ਇਹ ਜ਼ਰਾ ਝਾਤ ਮਾਰੋ ਕਿੱਥੇ ਕਮੀ ਰਹਿ ਗਈ, ਉਸ ਪਾਸੇ ਜ਼ਰੂਰ ਅਸੀਂ ਮਾਪੇ ਖਿਆਲ ਕਰਿਆ ਕਰੀਏ। ਜੀ, ਜੀ, ਬਿਲਕੁਲ ਮੈਮ, ਜਿਸ ਤਰੀਕੇ ਦੇ ਨਾਲ ਤੁਸੀਂ ਕਹਾਣੀ ਸੁਣਾਈ ਤਾਂ ਵਾਕਿਆ ਹੀ ਇੱਕ ਵਾਰ ਤਾਂ ਜਿਵੇਂ ਮੈਂ ਚੌਂਕ ਗਈ ਸੀ ਕਿ ਉਹ ਪੱਤਰ ਜੋ ਉਸਨੇ ਆਪਣੇ ਪਿਤਾ ਨੂੰ ਭੇਜਿਆ ਸੀ, ਦਰਸ਼ਕ ਵੀ ਸਾਡੇ ਇਸੇ ਤਰੀਕੇ ਚੌਂਕ ਗਏ ਹੋਣਗੇ ਕਿ ਹੁਣ ਇਸ ਤੋਂ ਬਾਅਦ ਬਾਪ ਦਾ ਰਿਐਕਸ਼ਨ ਕੀ ਹੋਏਗਾ, ਪਰ ਉਹ ਤਾਂ ਪਾਸਾ ਹੀ ਕਹਿੰਦੇ ਪਲਟ ਦਿੱਤਾ, ਨਾਲੇ ਪੇਜ ਦਾ ਤੇ ਨਾਲੇ ਕਹਾਣੀ ਦਾ, ਕਿ ਜਦੋਂ ਕਿਹਾ ਗਿਆ ਕਿ ਮੈਂ ਫੇਲ ਹੋ ਗਿਆ ਹਾਂ, ਮੈਂ ਉਸ ਰਾਹ ਵੱਲ ਨਹੀਂ ਚੱਲਦਾ, ਪਰ ਇਹ ਹੈ ਕਿ ਮੇਰੇ ਮਨ ਦੇ ਵਿੱਚ ਹੁਣ ਡਰ ਹੈ ਵੀ ਹੁਣ ਤੁਸੀਂ ਪਤਾ ਨਹੀਂ ਕੀ ਕਰੋਗੇ। ਤਾਂ ਵਾਕਈ ਹੀ ਜੇ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ, ਆਪਣੇ ਭਾਰਤ ਦੀ ਗੱਲ ਕਰੀਏ, ਤਾਂ ਇੱਥੇ ਜੇਕਰ ਬੱਚੇ ਫੇਲ ਹੋ ਜਾਂਦੇ ਨੇ ਤਾਂ ਅਕਸਰ ਦੇਖਿਆ ਜਾਂਦਾ ਹੈ ਜੇ 10th ਜਾਂ +2 ਦੇ ਬੱਚੇ ਜੇ ਉਹਨਾਂ ਦੀ ਰਿਪੇਅਰ ਵੀ ਆ ਜਾਂਦੀ ਹੈ ਜਾਂ ਫੇਲ ਹੋ ਜਾਂਦੇ ਨੇ ਤਾਂ ਉਹ ਖੁਦਕੁਸ਼ੀ ਦਾ ਰਾਹ ਚੁਣ ਲੈਂਦੇ ਨੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਬਹੁਤ ਡਰ ਹੁੰਦਾ ਹੈ ਕਿ ਹੁਣ ਸਾਡੇ ਮਾਪੇ ਸਾਡਾ ਪਤਾ ਨਹੀਂ ਕੀ ਹਾਲ ਕਰਨਗੇ। ਕੀ ਹਾਲ ਵਾਕਈ ਅਸੀਂ ਆਮ ਘਰਾਂ ਦੀ ਜੇ ਗੱਲ ਸੁਣ ਲਈਏ ਤਾਂ ਅਕਸਰ ਇਸ ਗੱਲ ਦਾ ਕੰਪੈਰੀਜ਼ਨ ਬੱਚਿਆਂ ਦੇ ਵਿੱਚ ਹੁੰਦਾ ਰਹਿੰਦਾ, ਫਲਾਣੇ ਦਾ ਬੱਚਾ ਤਾਂ ਜਿੰਨਾ ਹੁਸ਼ਿਆਰ ਹੈ ਤੂੰ ਤਾਂ ਹੁਸ਼ਿਆਰ ਹੈ ਨਹੀਂ, ਉਹਨੇ ਤਾਂ ਫਲਾਣੇ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ, ਉੱਥੋਂ ਫਸਟ ਟਰੋਫੀ ਲੈ ਕੇ ਆਇਆ, ਪਹਿਲਾ ਇਨਾਮ ਮਿਲਿਆ, ਤੂੰ ਇਹ ਕੁਝ ਕਰ ਹੀ ਨਹੀਂ ਸਕਦਾ। ਅਕਸਰ ਸਾਡੇ ਘਰਾਂ ਦੇ ਵਿੱਚ ਇਹ ਆਮ ਗੱਲਾਂ ਚੱਲਦੀਆਂ ਨੇ। ਸਿਰਫ ਮਾਪਿਆਂ ਦੀ ਗੱਲ ਨਾਲ ਲੈ ਲਈਏ ਕਿ ਪਰਿਵਾਰ ਦੇ ਵਿੱਚ ਹੋਰ ਵੀ ਕਈ ਮੈਂਬਰ ਹੁੰਦੇ ਨੇ, ਕਿਸੇ ਵੀ ਰਿਸ਼ਤੇ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਸਾਨੂੰ ਹਮੇਸ਼ਾ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੀ ਜਾਂਦੀ ਹੈ ਕਿ ਤੁਸੀਂ ਤਾਂ ਜੀ ਇਹ ਕੰਮ ਕਰ ਹੀ ਨਹੀਂ ਸਕਦੇ। ਸ਼ੁਰੂਆਤ ਦੇ ਵਿੱਚ ਬੇਸ਼ੱਕ ਇਨਸਾਨ ਨੂੰ ਇਹ ਚੀਜ਼ ਬੁਰੀ ਲੱਗਦੀ ਹੈ ਕਿ ਮੈਨੂੰ ਇਹ ਗੱਲ ਕਹੀ ਗਈ, ਉਸ ਤੋਂ ਬਾਅਦ ਇਨਸਾਨ ਖੁਦ ਵੀ ਨਿਰਾਸ਼ ਹੋ ਜਾਂਦਾ, ਨਿਢਾਲ ਹੋ ਜਾਂਦਾ, ਉਹ ਕਹਿੰਦਾ ਵੀ ਚਲੋ ਠੀਕ ਹੈ, ਜਦ ਨਹੀਂ ਕਰ ਸਕਦਾ ਤਾਂ ਨਾ ਸਹੀ। ਤਾਂ ਅਜਿਹਾ ਕਰਨਾ, ਸਾਡੇ ਵੱਲੋਂ ਇਹ ਸਾਹਮਣੇ ਵਾਲੇ ਨੂੰ ਕਹਿਣਾ, ਇੱਦਾਂ ਦੇ ਕਮੈਂਟਸ ਕਰਨੇ ਬੇਹੱਦ ਗਲਤ ਨੇ। ਉਸ ਦੇ ਨਾਲ ਅਸੀਂ ਸਾਹਮਣੇ ਵੱਲ, ਜਿਵੇਂ ਮੈਮ ਨੇ ਸ਼ੁਰੂਆਤ ਦੇ ਵਿੱਚ ਕਿਹਾ ਕਿ ਅਸੀਂ ਢਹਿੰਦੀ ਕਲਾ ਵੱਲ ਨਹੀਂ, ਅਸੀਂ ਸਾਹਮਣੇ ਵਾਲੇ ਇਨਸਾਨ ਨੂੰ ਚੜ੍ਹਦੀ ਕਲਾ ਦੇ ਵੱਲ ਭੇਜਣਾ। ਸੋ ਜੇਕਰ ਅਜਿਹੀ ਕੋਈ ਵੀ ਗੱਲ ਹੈ ਜਿਹੜੀ ਸਾਹਮਣੇ ਆਉਂਦੀ ਹੈ, ਕੋਈ ਵੀ ਪਰੇਸ਼ਾਨੀ ਆਉਂਦੀ ਹੈ, ਕੋਈ ਵੀ ਕਠਿਨਾਈ ਮਹਿਸੂਸ ਹੁੰਦੀ ਹੈ, ਤਾਂ ਉਸ ਨੂੰ ਸਾਨੂੰ ਹਿੰਮਤ ਦੇਣਾ ਚਾਹੀਦਾ, ਹੁਸ਼ਿਆਰੀ ਦੇਣੀ ਚਾਹੀਦੀ ਹੈ, ਹੁਲਾਰਾ ਦੇਣਾ ਚਾਹੀਦਾ ਕਿ ਅੱਗੇ ਤੋਂ ਕੁਝ ਵਧੀਆ ਕਰ ਸਕੇ। ਸ਼ਾਇਦ ਅਜਿਹੇ ਹੀ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦੇ ਕਰਕੇ ਅੱਜ ਆਪਾਂ ਨੂੰ ਇਹ ਟੌਪਿਕ ਲੈਣਾ ਪਿਆ ਕਿ ਬੱਚਿਆਂ ਦੇ ਵਿੱਚ ਜਿਹੜੇ ਡਿਪਰੈਸ਼ਨ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ, ਔਰ ਜਿਸ ਹਿਸਾਬ ਦੇ ਅੰਕੜੇ ਸਾਹਮਣੇ ਆ ਰਹੇ ਨੇ ਉਸ ਹਿਸਾਬ ਦੇ ਨਾਲ ਲੱਗਦਾ ਹੈ ਕਿ ਸਾਨੂੰ ਆਪਣੇ ਬੱਚਿਆਂ ਵੱਲ ਬੇਹੱਦ ਧਿਆਨ ਦੇਣ ਦੀ ਜ਼ਰੂਰਤ ਹੈ। ਮੈਮ ਬਿਲਕੁਲ, ਦੇਖੋ ਅੰਕੜੇ ਵਾਕਈ ਜਿਸ ਹਿਸਾਬ ਦੇ ਸਾਹਮਣੇ ਆ ਰਹੇ ਨੇ ਉੱਥੇ ਪਹਿਲਾਂ ਹੀ ਦੱਸ ਦਈਏ ਕਿ ਆਪਾਂ ਸਿਰਫ ਅੰਕੜੇ ਉਹ ਲਏ ਨੇ ਜਿਨ੍ਹਾਂ ਥਾਵਾਂ ਤੇ ਸਰਵੇ ਹੋਏ ਜੀ। ਸੋ ਉਸ ਸਰਵੇਖਣ ਦੇ ਅਨੁਸਾਰ ਅਮਰੀਕਾ ਦੇ ਵਿੱਚ 3 ਤੋਂ ਲੈ ਕੇ 17 ਸਾਲਾਂ ਦੇ 3.9% ਬੱਚੇ ਉਹਨਾਂ ਨੇ ਕਿਹਾ ਸੀਵੀਅਰ ਡਿਪਰੈਸ਼ਨ ਨਾਲ ਜੂਝ ਰਹੇ ਨੇ, ਜਿਨ੍ਹਾਂ ਚੋਂ 12 ਤੋਂ 17 ਸਾਲ ਦੇ 12.8% ਬੱਚੇ ਨੇ ਜਿਨ੍ਹਾਂ ਵਿੱਚ ਕਾਫੀ ਨੇ ਜੋ ਗਨ ਕਲਚਰ ਵੱਲ ਖਿੱਚੇ ਗਏ ਨੇ, ਡਰੱਗਸ ਵੱਲ ਖਿੱਚੇ ਗਏ ਨੇ, ਜਾਂ ਉਹ ਗਲਤ ਰਾਏ ਪੈ ਚੁੱਕੇ ਨੇ। ਯਾਨੀ ਇਹ ਉਹਨਾਂ ਦੇ ਅੰਕੜੇ ਨੇ। ਉਸ ਤੋਂ ਅੱਗੇ ਉਹਨਾਂ ਨੇ ਲਿਖਿਆ ਜੋ ਖੋਜ ਦੇ ਵਿੱਚ ਕਿ ਹਰ 3 ਵਿੱਚੋਂ 1 ਕੈਮਰੂਨ ਦੇ ਵਿੱਚ ਇਸ ਵੇਲੇ ਬੱਚਾ ਡਿਪਰੈਸ਼ਨ ਨਾਲ ਜੂਝ ਰਿਹਾ ਜੇ, ਜਿਨ੍ਹਾਂ ਵਿੱਚੋਂ ਤੁਸੀਂ ਸ਼ਾਇਦ ਖਿਆਲ ਕਰਿਓ 3 ਸਾਲ ਤੋਂ 17 ਸਾਲ ਦੇ ਸਾਰੇ ਬੱਚੇ ਸ਼ਾਮਲ ਨੇ ਜੀ। ਇਸੇ ਤਰ੍ਹਾਂ ਭਾਰਤ ਵਿੱਚ ਹਰ 7 ਵਿੱਚੋਂ 1, ਜਾਪਾਨ ਵਰਗੇ ਥਾਂ ਤੇ ਵੀ ਹਰ 10 ਵਿੱਚੋਂ 1, ਇਥਿਓਪੀਆ ਵਿੱਚ 10 ਚੋਂ 1, ਯਾਨੀ ਇਸ ਤਰ੍ਹਾਂ ਦਾ ਪੂਰਾ ਇੱਕ ਸਿਲਸਿਲਾ ਸਾਡੇ ਕੋਲ ਆ ਚੁੱਕਾ ਹੈ, ਜਿਹਦੇ ਵਿੱਚ ਅੰਕੜੇ ਵੱਧਦੇ ਇਸ ਕਰਕੇ ਖਤਰਨਾਕ ਨੇ ਕਿ ਜਿਹੜਾ ਕੋਵਿਡ ਦਾ ਜੋ ਸਮਾਂ ਲੰਘਿਆ ਉਸ ਇੱਕੋ ਵਰੇ ਵਿੱਚ ਹੀ ਇਹ ਡਿਪਰੈਸ਼ਨ ਦੀ ਗਿਣਤੀ 43.7% ਪਹੁੰਚ ਗਈ, ਜੋ ਵਾਕਈ ਬਹੁਤ ਹੈਰਾਨ ਕਰਨ ਵਾਲੀ ਹੈ। ਜਿੱਥੇ ਮਾਪਿਆਂ ਨੇ ਆਪਣੀ ਘਬਰਾਹਟ, ਆਪਣੀ ਟੈਨਸ਼ਨ ਸਾਰੇ ਘਰ ਦੇ ਬੱਚਿਆਂ ਦੇ ਉੱਤੇ ਕੱਢੀ, ਜਿਸ ਤਰੀਕੇ ਉਹ ਹੌਲੀ ਹੌਲੀ ਮਾਨਸਿਕ ਰੋਗੀ ਹੋਏ,
ਜਿਨ੍ਹਾਂ ਲੱਛਣਾਂ ਨਾਲ ਉਹ ਪਹੁੰਚਣ ਲੱਗੇ, ਉੱਥੋਂ ਪਤਾ ਲੱਗਿਆ ਕਿ ਕੀ ਆਖਰ ਡਿਪਰੈਸ਼ਨ ਹੁੰਦੀ ਜੇ, ਤੇ ਵਾਕਈ 3 ਵਰਿਆਂ ਦੇ ਬੱਚੇ ਨੂੰ ਵੀ ਇਹ ਹੋ ਸਕਦੀ ਹੈ, ਜਿੱਥੇ ਸਾਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਕਿਵੇਂ ਉਹਨਾਂ ਦੇ ਸਾਹਮਣੇ ਕੀਤੀ ਲੜਾਈ ਜਾਂ ਉਹਨਾਂ ਦਾ ਝਿੜਕਣਾ ਜਾਂ ਮਾੜੀ ਸ਼ਬਦਾਵਲੀ ਵਰਤਣੀ ਕਿਸ ਤਰੀਕੇ ਉਹਨਾਂ ਨੂੰ ਉਹਨਾਂ ਦੇ ਸਾਫ਼ ਮਨ ਦੀ ਜੋ ਸਲੇਟ ਹੈ ਉਹਦੇ ਉੱਤੇ ਕੀ ਕੁਛ ਛਪਦਾ ਜੇ, ਜੀ ਕਿਵੇਂ ਉਹਨਾਂ ਦੀ ਡਿਵੈਲਪਮੈਂਟ 'ਚ ਨੁਕਸ ਪੈਂਦਾ ਜੇ। ਉਹਦੇ ਵਿੱਚ ਕੁਝ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਮੇਜਰ ਡਿਪਰੈਸਿਵ ਡਿਸਆਰਡਰ ਗਿਣਦੇ ਆ, ਜਿਸ ਵਿੱਚ ਘੱਟੋ ਘੱਟ 2 ਹਫ਼ਤੇ ਜੇ ਬੱਚਾ ਆਪਣੇ ਜੋ ਕੰਮ ਕਾਰ ਦੇ ਵਿੱਚ ਉਹਨਾਂ ਇੰਟਰਸਟ ਨਾ ਹੋਵੇ, ਉਹਦੀ ਭੁੱਖ ਘਟ ਜਾਵੇ ਜਾਂ ਵੱਧ ਜਾਵੇ, ਨੀਂਦਰ ਇਸੇ ਤਰ੍ਹਾਂ ਘਟ ਜਾਵੇ ਜਾਂ ਵੱਧ ਜਾਵੇ, ਉਹਦੀ એનર્ਜੀ ਲੈਵਲ ਕਾਫੀ ਘਟੀ ਦਿਸੇ, ਫਿਰ ਉਹਦੀ ਜਿਵੇਂ ਬਾਹਰ ਖੇਡ ਕੇ ਆਉਣ ਵਾਲਾ ਕੰਮ ਉਹਨੂੰ ਨਾ ਚੰਗਾ ਲੱਗਦਾ ਹੋਵੇ, ਕਮਰੇ ਦੇ ਅੰਦਰ ਹੀ ਡੱਕਿਆ ਰਵੇ, ਉਹਦੀ ਪੜ੍ਹਨ ਵਿੱਚ ਪੂਰੀ ਉਨੀ ਕੰਸੰਟਰੇਸ਼ਨ ਨਾ ਰਵੇ, ਜੀ ਜਾਂ ਉਹਨੂੰ ਖਿਆਲ ਆਉਂਦੇ ਰਹਿਣ ਵੀ ਮੈਂ ਤਾਂ ਬਿਲਕੁਲ ਬੇਕਾਰ ਆ, ਨਕਾਰਾ, ਮੇਰੀ ਕੀ ਲੋੜ ਹੈ, ਮੈਂ ਤਾਂ ਯੂਜ਼ਲੈਸ ਜਿਹਾ ਬੰਦਾ, ਜਾਂ ਉਹਨੂੰ ਕਿਸੇ ਕਿਸਮ ਦੀ ਕੋਈ ਗਿਲਟ ਹੁੰਦੀ, ਮੇਰੇ ਤੋਂ ਇਹ ਮਾੜਾ ਹੋ ਗਿਆ, ਸ਼ਾਇਦ ਤਾਂ ਹੀ ਇਹ ਹੋਇਆ, ਜਾਂ ਮੈਂ ਕੋਈ ਆਖੇ ਨਹੀਂ ਸੀ ਲੱਗਿਆ, ਸ਼ਾਇਦ ਉਹਦੀ ਸਜ਼ਾ ਮਿਲ ਰਹੀ ਹੈ, ਯਾਨੀ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰੇ, ਜਾਂ ਕਦੇ ਸੁਸਾਈਡਲ ਅਟੈਂਪਟਸ ਦੀ ਜਾਂ ਉਹ ਚੰਗਾ ਹੀ ਹੈ, ਇਹਦੇ ਨਾਲ ਤਾਂ ਮਾਰੀ ਖੱਪ ਜਾਈਏ, ਕੀ ਫਾਇਦਾ ਜੀਣ ਦਾ। ਇਹਦੇ ਵਿੱਚ ਹੁਣ ਖਾਸ ਗੱਲ ਹੈ ਜੋ ਇਹਨਾਂ ਨੇ ਕਿਹਾ ਕਿ 2 ਹਫ਼ਤੇ ਘੱਟੋ ਘੱਟ ਇਹ ਲੱਛਣ ਹੋਣ, ਯਾਨੀ ਇਹ ਨਹੀਂ ਕਿ ਤੁਹਾਡਾ ਬੱਚਾ ਅੱਜ ਉਹਦਾ ਪੜ੍ਹਨ ਦਾ ਦਿਲ ਨਹੀਂ ਹੈ ਤੇ ਤੁਸੀਂ ਕਹੋਗੇ ਅੱਜ ਡਿਪਰੈਸ਼ਨ 'ਚ ਤੁਰ ਗਿਆ, ਇਸ ਤਰ੍ਹਾਂ ਨਹੀਂ। ਇਹ ਲੱਛਣ ਜੇ ਲਗਾਤਾਰ 2 ਹਫ਼ਤੇ ਰਹਿੰਦੇ ਹੋਣ ਤਾਂ ਹੀ ਉਹਨੂੰ ਅਸੀਂ ਮੇਜਰ ਡਿਪਰੈਸਿਵ ਡਿਸਆਰਡਰ ਕਹਿੰਦੇ ਆ। ਵਰਨਾ ਬੱਚਿਆਂ 'ਚ ਬੜੀ ਜ਼ਬਰਦਸਤ ਤਾਕਤ ਹੁੰਦੀ ਹੈ ਕਿ ਛੋਟੀਆਂ-ਮੋਟੀਆਂ ਚੀਜ਼ਾਂ, ਲੜਾਈਆਂ ਦੋਸਤਾਂ ਨਾਲ ਉਹ ਫੱਟ ਨਿਬੇੜ ਲੈਂਦੇ ਨੇ, ਖਤਮ ਹੋ ਜਾਂਦੀ। ਤੋ ਜੇ ਇਹ ਲੰਮੇ ਸਮੇਂ ਤੁਰਦੀ ਹੋਏ, ਜਿਹਦੇ ਵਿੱਚ ਉਹਦੀ ਇੱਕ ਐਜੀਟੇਟਿਵ ਬਿਹੇਵੀਅਰ, ਯਾਨੀ ਬੱਚਾ ਨਿੱਕੀ ਜਿਹੀ ਗੱਲ ਤੇ ਖਿਝ ਜਾਵੇ, ਭੜਕ ਜਾਵੇ, ਉਹਨੂੰ ਯਾਨੀ ਇੱਕ ਇੰਨਾ ਕੁ ਤੁਹਾਨੂੰ ਲੱਗੇ ਵੀ ਜ਼ਿੱਦੀ ਬਣਨ ਲੱਗ ਗਿਆ, ਚੀਜ਼ਾਂ ਤੋੜਨ ਭੰਨਣ ਲੱਗ ਗਿਆ, ਜਾਂ ਕੋਈ ਫੈਸਲੇ ਲੈਣ ਵਿੱਚ ਬਹੁਤ ਟਾਈਮ ਲਾ ਰਿਹਾ, ਉਹਨੂੰ ਸਮਝ ਹੀ ਨਹੀਂ ਆ ਰਹੀ ਕੀ ਕਰਾਂ। ਤੋ ਇਹ ਚੀਜ਼ਾਂ ਨੇ ਜਿਹੜੀਆਂ ਜੇ ਉਹਨੂੰ ਰੋਜ਼ ਤੁਹਾਨੂੰ ਲੱਗਦਾ ਜੇ ਹੋ ਰਹੀਆਂ ਨੇ ਤਾਂ ਇਹ ਜ਼ਰੂਰ ਚੈੱਕਅਪ ਕਰਵਾ ਲੈਣਾ ਚਾਹੀਦਾ। ਇਸੇ ਤਰ੍ਹਾਂ ਜੇ ਕੁਝ ਲੱਛਣ ਅਜਿਹੇ ਸਾਲ ਭਰ ਤੁਰਦੇ ਰਹਿਣ, ਜਿਸ ਨੂੰ ਅਸੀਂ ਪਰਸਿਸਟੈਂਟ ਡਿਪਰੈਸਿਵ ਡਿਸਆਰਡਰ ਕਹਿੰਦੇ ਆ, ਜੀ ਉਹ ਹੋਰ ਵੀ ਖਤਰਨਾਕ ਹੋ ਜਾਂਦਾ ਜੇ, ਮਾਨਸਿਕ ਰੋਗੀ ਬਣ ਚੁੱਕਿਆ ਬੱਚਾ, ਤੇ ਜੇ ਉਹਨੂੰ ਨਹੀਂ ਵੇਲੇ ਸਿਰ ਤੁਸੀਂ ਇਲਾਜ ਲਈ ਲੈ ਕੇ ਜਾਓਗੇ, ਉਹ ਖੁਦਕੁਸ਼ੀ ਕਰ ਸਕਦਾ ਜੇ। ਇਸੇ ਤਰੀਕੇ ਇੱਕ ਡਿਸਰਪਟਿਵ ਮੂਡ ਡਿਸਰੈਗੂਲੇਸ਼ਨ ਹੁੰਦਾ ਕਿ ਜਿਸ ਵਿੱਚ ਬੱਚਾ ਜੇ ਲਗਾਤਾਰ ਇਸੇ ਤਰ੍ਹਾਂ ਰੋਜ਼ 12 ਮਹੀਨੇ ਕਿਸੇ ਹੀ ਵੇਲੇ ਦਿਨ ਦੇ ਵਿੱਚ ਇੱਕ ਨਿੱਕੀ ਜਿਹੀ ਗੱਲ ਤੇ ਇੱਕਦਮ ਉੱਠੇ, ਕਿਤਾਬ ਪਾ ਕੇ ਮਾਰੀ ਉਹਨੇ, ਜਾਂ ਕੋਈ ਚੀਜ਼ ਹੱਥ 'ਚ ਸੀ, ਗਿਲਾਸ ਚੁੱਕ ਕੇ ਮਾਰਿਆ ਟੀਵੀ 'ਚ, ਜਾਂ ਕੁਛ ਵੀ, ਯਾਨੀ ਇਸ ਤਰ੍ਹਾਂ ਦੀ ਉਹਨੂੰ ਘੱਟੋ ਘੱਟ ਜੇ ਹਫ਼ਤੇ 'ਚ 3 ਵਾਰ ਇਹ ਚੀਜ਼ਾਂ ਅਟੈਕਸ ਹੁੰਦੀਆਂ ਰਹਿੰਦੀਆਂ ਹੋਣ ਤਾਂ ਇਹ ਜਿਹਦੇ ਵਿੱਚ ਕਈ ਵਾਰ ਨਾਲ ਦੇ ਨੂੰ ਇੱਕਦਮ ਖਿੱਚ ਕੇ ਥੱਪੜ ਮਾਰ ਦੇਣਾ, ਬਾਕੀ ਸਾਰਾ ਦਿਨ ਠੀਕ ਰਹਿਣਾ ਜਾਂ ਮਾਫੀਆਂ ਮੰਗੀ ਜਾਣਾ, ਗਲਤ ਹੋ ਗਿਆ, ਪਰ ਉਹ ਇੱਕਦਮ ਜਿਹੜਾ ਤੁਸੀਂ ਇਹਨੂੰ ਰੇਜ 'ਚ ਆਣਾ, ਜਿਹੜਾ ਭਾਵੇਂ ਉਹ ਵਰਬਲ ਹੈ, ਭਾਵੇਂ ਉਹ ਮਾਰ ਕੁਟਾਈ 'ਚ ਹੈ, ਇਹ ਇੱਕਦਮ ਜਿਹੜਾ ਭੜਕਣਾ ਇਹ ਠੀਕ ਨਹੀਂ ਹੁੰਦਾ। ਇਸੇ ਤਰ੍ਹਾਂ ਕੁਝ ਬੇਟੀਆਂ ਨੂੰ ਪ੍ਰੀ ਮੈਂਸਟਰਲ ਏਰੀਆ ਜਦੋਂ ਟਾਈਮ ਆਉਂਦਾ ਜੇ, ਉਦੋਂ ਵੀ ਹਾਰਮੋਨਲ ਗੜਬੜੀ ਕਰਕੇ ਉਹਨਾਂ ਨੂੰ ਕੁਝ ਦਿਨ ਪਹਿਲਾਂ ਤੋਂ ਤਰੇਲੀਆਂ ਜੀ ਆਣੀਆਂ, ਖਿਝ ਜੀ ਆਣੀ, ਚਿੜਚਿੜਾਪਨ ਰਹਿਣਾ, ਇਹ ਚੀਜ਼ਾਂ, ਜਾਂ ਕਦੇ ਗਰਮੀ ਲੱਗਣੀ ਜਾਂ ਇਸ ਤਰ੍ਹਾਂ ਦੀ ਮਹਿਸੂਸ ਹੋਣਾ, ਇਹ ਨਾਰਮਲ ਹੁੰਦਾ ਜੇ ਬੇਟੀਆਂ ਲਈ। ਤਾਂ ਉਹਨੂੰ ਅਸੀਂ ਡਿਪਰੈਸ਼ਨ ਵਿੱਚ ਨਹੀਂ ਲੈਂਦੇ, ਉਹ ਲੱਛਣ ਇਹਦੇ ਵਿੱਚ ਨਹੀਂ ਸ਼ਾਮਲ ਕਰਨੇ ਚਾਹੀਦੇ ਜੀ। ਫਿਰ ਕੁਝ ਚੀਜ਼ਾਂ ਨੇ ਜਿੱਥੇ ਬਹੁਤ ਧਿਆਨ ਦੀ ਲੋੜ ਹੈ, ਜਿਸ ਨੂੰ ਅਸੀਂ ਸਬਸਟੈਂਸ ਅਬਿਊਜ਼ ਕਹਿੰਦੇ ਆ, ਕਿ ਬੱਚੇ ਨਸ਼ਾ ਕਰਨ ਲੱਗ ਗਏ ਜਿੱਥੇ ਪਤਾ ਹੀ ਨਹੀਂ ਲੱਗਿਆ ਮਾਪਿਆਂ ਨੂੰ, ਜਾਂ ਸ਼ਰਾਬ ਥੋੜੀ ਮਾਤਰਾ ਸ਼ੁਰੂ ਕੀਤੀ ਫਿਰ ਵਧਾ ਲਈ, ਇਹ ਚੀਜ਼ਾਂ ਵੀ ਬਹੁਤ ਅਹਿਮ ਨੇ ਕਿ ਉਹਦੀ ਕਿਤੇ ਨਸਾਂ ਦੇ ਵਿੱਚ ਕੋਈ ਸੂਈ ਦਾ ਨਿਸ਼ਾਨ ਹੋਵੇ, ਕਿਤੇ ਨੀਲੇ ਦਾਗ ਪਏ ਹੋਣ, ਇਹ ਚੀਜ਼ਾਂ ਜ਼ਰੂਰ ਚੈੱਕਅਪ ਕਰ ਲੈਣੀਆਂ ਚਾਹੀਦੀਆਂ। ਗੁਸਲਖਾਨੇ ਵਿੱਚ ਜ਼ਿਆਦਾ ਸਮਾਂ ਲਾਉਂਦਾ ਹੋਏ, ਇਕੱਲਾ ਕਮਰੇ ਵਿੱਚ ਬੈਠਦਾ ਹੋਏ, ਉਹਦੇ ਦੋਸਤ ਮਿੱਤਰ ਕੌਣ ਨੇ, ਕੰਟੈਕਟ ਕੌਣ ਕਰ ਰਿਹਾ, ਉਹ ਚੀਜ਼ਾਂ ਤੇ ਬਹੁਤ ਧਿਆਨ ਰੱਖਣ ਦੀ ਲੋੜ ਹੈ।
ਹੂੰ ਇੰਝ ਹੀ ਇੱਕ ਮੈਨਿਕ ਫੇਜ਼ ਆਉਂਦਾ ਜੇ, ਜਿਸ ਵਿੱਚ ਬੱਚਾ ਹਫ਼ਤਾ ਭਰ ਕੁਛ ਹੋਰ ਹੀ, ਯਾਨੀ ਪੋਜ਼ਿਟਿਵ, ਸਗੋਂ ਓਵਰ ਪੋਜ਼ਿਟਿਵ ਮੂਡ ਵਿੱਚ ਫਿਰਦਾ ਫਿਰੇ। ਉਹ ਗੱਲਾਂ ਹੀ ਕੀ ਆ, ਆਪਾਂ ਤਾਂ ਇਹ ਕਰ ਲੈਣਾ, ਆਪਾਂ ਦੇਖ ਲੈਣਾ, ਉਹ ਕੁਛ ਨਹੀਂ, ਮੈਂ ਤਾਂ ਉਹ ਇੱਥੇ ਪਹੁੰਚ ਗਿਆ, ਮੇਰੇ ਤੋਂ ਵੱਡਾ ਕੋਈ ਹੈ ਹੀ ਨਹੀਂ। ਹੂੰ ਉਹ ਇੰਨਾ ਆਪਣੇ ਆਪ ਨੂੰ ਯਾਨੀ ਉੱਚਾ ਤੇ ਵੱਡਾ ਮੰਨਣ ਲੱਗ ਜਾਣਾ ਕਿ ਉਹ, ਤੁਸੀਂ ਬੱਚੇ ਨਾਲ ਗੱਲ ਕਰਦੇ ਸੋਚਦੇ ਹੋ ਤਾਂ ਬਹੁਤ ਵਧੀਆ, ਅੱਛੇ ਮੂਡ 'ਚ ਹੈ, ਪਰ ਉਹ ਵੀ ਇੱਕ ਬਿਮਾਰੀ ਨਾਲ ਜੂਝ ਰਿਹਾ ਹੁੰਦਾ ਜੇ, ਹੂੰ ਜਿਸ ਵਿੱਚ ਉਹਨੂੰ ਇੱਕਦਮ ਉਹਦੇ ਵਿੱਚ ਵੀ ਜਿਵੇਂ ਇੰਪਲਸਿਵ ਐਟੀਟਿਊਡ ਹੁੰਦਾ ਕਿ ਤੁਸੀਂ ਇੱਕਦਮ ਕੋਈ ਚੀਜ਼ ਕਰਨੀ ਹੈ, ਭੱਜ ਕੇ ਲਿਆਣਾ, ਮੈਂ ਆਹ ਕਰਦਾ, ਉਹ ਕਰ ਰਿਹਾ। ਇਸ ਤਰੀਕੇ ਦਾ ਇਹ ਨਾਰਮਲ ਨਹੀਂ ਹੁੰਦਾ। ਇਹ ਵੀ, ਇਹਦੇ ਵਿੱਚ ਖਾਸ ਧਿਆਨ ਰੱਖਣ ਦੀ ਲੋੜ ਹੈ ਕਿ ਨੀਂਦ ਬੱਚੇ ਦੀ ਬਹੁਤ ਜ਼ਿਆਦਾ ਘਟ ਜਾਂਦੀ ਜੇ। ਜੀ ਸੋ ਇਹ ਵੀ ਤੁਰੰਤ ਡਾਕਟਰ ਕੋਲ ਜਾਣ ਦੇ ਤੁਹਾਨੂੰ ਲੱਛਣ ਜਿਹੜੇ ਨੇ ਜ਼ਰੂਰੀ ਇਸ ਵੇਲੇ, ਜਾਂ ਉਹਨਾਂ ਨੂੰ ਸੁਪਨੇ ਵਿੱਚ ਵੀ ਉਹ ਦੱਸੇ ਉੱਠ ਕੇ ਮੈਨੂੰ ਮੌਤ ਦਾ ਸੁਪਨਾ ਆ ਰਿਹਾ ਹੈ, ਜਾਂ ਮੈਂ ਕੋਈ ਮੈਨੂੰ ਮਾਰ ਰਿਹਾ, ਜਾਂ ਮੈਂ ਕਿਸੇ ਨੂੰ ਮਾਰ ਰਿਹਾ, ਇਦਾਂ ਦੀਆਂ ਚੀਜ਼ਾਂ ਇਹਦੇ ਲਈ ਠੀਕ ਨਹੀਂ ਹਨ। ਜਾਂ ਹੂੰ ਗੱਲ ਕਰੇ, ਕਿਵੇਂ ਲੱਗਦਾ ਜਦੋਂ ਅਸੀਂ ਰੱਸੀ ਨਾਲ ਲਟਕਦੇ ਹਾਂ, ਕਿਵੇਂ ਲੱਗਦਾ ਜੇ ਵੀਣੀ ਕੱਟ ਲਈਏ ਤਾਂ। ਇਹੋ ਜਿਹੀਆਂ ਹੂੰ ਗੱਲਾਂ ਬਿਲਕੁਲ ਹੀ ਇਸ ਤਰ੍ਹਾਂ ਨਹੀਂ ਉਹਨੂੰ ਝਿੜਕ ਕੇ ਪਾਸੇ ਕਰ ਦੇਣੀਆਂ ਚਾਹੀਦੀਆਂ, ਇਹਨੂੰ ਤੁਰੰਤ ਡਾਕਟਰ ਕੋਲ ਲਿਜਾਣ ਦੀ ਲੋੜ ਹੁੰਦੀ ਹੈ। ਜੀ ਜੀ ਪਰ ਕੁਝ ਚੀਜ਼ਾਂ ਨੇ ਜਿਹੜੀਆਂ ਸਾਨੂੰ ਲੱਗਦਾ ਜੇ ਕਿ ਇਹ ਡਿਪਰੈਸ਼ਨ 'ਚ ਸ਼ਾਇਦ ਚਲਾ ਗਿਆ, ਉਹ ਜ਼ਰੂਰ ਮਾਪਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਜਿਨ੍ਹਾਂ ਵਿੱਚ ਹੈਰਾਨ ਹੋਵੋਗੇ ਤੁਸੀਂ, ਸਿਰਫ ਲਹੂ ਦੀ ਕਮੀ ਹੋਣੀ, ਹੂੰ ਪਤਾ ਹੀ ਨਹੀਂ ਹੁੰਦਾ ਮਾਪਿਆਂ ਨੂੰ। ਉਹ ਇਹੋ ਜਿਹੇ ਹੀ ਲੱਛਣ ਦਿਖਾ ਸਕਦੀ ਹੈ, ਜਿਵੇਂ ਤੁਸੀਂ ਇਹ ਬੱਚਾ ਟਿਕ ਕੇ ਨਾ ਬੈਠ ਸਕਣਾ, ਚਿੜਚਿੜਾ ਹੋਣਾ, ਯਾਦਾਸ਼ਤ ਘਟਣੀ, ਕੰਸੈਂਟਰੇਸ਼ਨ ਨਾ ਲਾ ਸਕਣੀ, ਇੰਪਲਸਿਵ ਹੋ ਜਾਣਾ, ਇਹ ਸਭ ਕੁਝ ਉਹਦੇ ਵਿੱਚ ਵੀ ਹੋ ਸਕਦਾ ਹੈ। ਸੋ ਬਹੁਤ ਅਹਿਮ ਹੈ ਡਾਕਟਰ ਕੋਲ ਜਾ ਕੇ ਚੈੱਕਅਪ ਕਰਵਾਉਣਾ, ਟੈਸਟ ਕਰਵਾ ਲੈਣੇ। ਹੂੰ ਇਹਦੇ ਨਾਲੋਂ ਨਾਲ ਗੁਰਦੇ ਦੀਆਂ ਕੁਝ ਬਿਮਾਰੀਆਂ, ਜਿਨ੍ਹਾਂ 'ਚ ਗੁਰਦਿਆਂ ਦਾ ਫੇਲ ਹੋਣਾ, ਯੂਰੀਮੀਆ ਹੋ ਜਾਣਾ, ਉਹਦੇ ਵਿੱਚ ਵੀ ਇਸੇ ਤਰ੍ਹਾਂ ਦੇ ਹੀ ਲੱਛਣ ਦਿਖ ਸਕਦੇ ਨੇ। ਜੀ ਤੇ ਫਿਰ ਕੈਂਸਰ ਕਈ ਕਿਸਮਾਂ ਦੇ ਜਿਹੜੇ ਹਾਰਮੋਨ ਕੱਢਦੇ ਨੇ, ਉਹਨਾਂ ਵਿੱਚ ਵੀ ਇਹੋ ਜਿਹੇ ਲੱਛਣ ਆ ਸਕਦੇ ਨੇ। ਸੋ ਸਿਰਫ ਡਿਪਰੈਸ਼ਨ ਸੋਚ ਕੇ ਨਾ ਅਸੀਂ ਆਪੇ ਹੀ ਬੈਠ ਜਾਈਏ, ਜੀ ਇਹ ਟੈਸਟ ਕਰਨੇ ਜ਼ਰੂਰੀ ਨੇ ਕਿ ਜੇ ਕੈਂਸਰ ਹੈ, ਸ਼ੁਰੂਆਤੀ ਸਮੇਂ 'ਚ ਹੈ, ਤੇ ਉਹ ਪੂਰਾ ਇਲਾਜ ਹੋ ਸਕਦਾ ਹੈ। ਜੇ ਲੇਟ ਕਰਾਂਗੇ ਤਾਂ ਕਈ ਵਾਰ ਫਿਰ ਮੌਤ ਹੀ ਹੋ ਸਕਦੀ ਹੈ। ਹੂੰ ਤੇ ਇਹਦੇ ਨਾਲੋਂ ਨਾਲ ਕਈ ਵਾਰ ਬੱਚਿਆਂ ਨੂੰ ਪੈਨਿਕ ਅਟੈਕਸ ਜਾਂ ਐਂਜ਼ਾਇਟੀ ਡਿਸਆਰਡਰਸ ਵੀ ਹੋ ਜਾਂਦੇ ਨੇ, ਜੀ ਜੋ ਕਿ ਇਹਨਾਂ ਤੋਂ ਕੁਝ ਵੱਖ ਹੁੰਦੇ ਨੇ ਡਿਪਰੈਸ਼ਨ ਤੋਂ। ਹੂੰ ਕੀ ਕਿਸਮ ਦਾ ਤਣਾਅ, ਘਰ ਵਿੱਚ ਮੌਤ ਹੋ ਗਈ ਹੋਵੇ, ਮਾਂ ਦੀ ਜਾਂ ਪਿਤਾ ਦੀ ਜਾਂ ਭੈਣ ਦੀ ਜਾਂ ਭਰਾ ਦੀ, ਕੋਈ ਨੇੜਲਾ ਜਾਂ ਕੋਈ ਛੋਟਾ ਬੱਚਾ 4 ਸਾਲਾਂ ਦਾ ਹੀ, ਉਹਨੇ ਦੇਖਿਆ ਵੀ ਘਰ ਵਿੱਚ ਦਾਦੀ ਜਾਂ ਨਾਨੀ ਨਹੀਂ ਰਹੇ, ਉਹ ਜਿਹੜਾ ਮਾਹੌਲ ਹੁੰਦਾ ਉਹ ਵੀ ਕਈ ਵਾਰ ਬੱਚੇ ਨੂੰ ਇਸ ਤਰੀਕੇ ਦਾ ਕਰ ਦਿੰਦਾ ਹੈ। ਤਾਂ ਉਹ ਪਰ ਡਿਪਰੈਸ਼ਨ ਨਹੀਂ ਹੁੰਦਾ, ਉਹ ਸਟ੍ਰੈਸ ਹੈ ਜਿਹੜਾ ਅਸੀਂ ਉਹਨੂੰ ਇਮੀਡੀਏਟਲੀ ਟੈਕਲ ਕਰਨ ਦੀ ਲੋੜ ਹੁੰਦੀ ਹੈ, ਸਾਈਕੋਥੈਰੇਪੀ ਦੀ ਲੋੜ ਹੁੰਦੀ ਹੈ। ਇਹਦੇ ਵਿੱਚ ਕਈ ਕਿਸਮਾਂ ਦੀ ਥਾਇਰਾਇਡ ਦੇ ਰੋਗ, ਜੇ ਥਾਇਰਾਇਡ ਘੱਟ ਕੰਮ ਕਰਨ ਲੱਗ ਜਾਵੇ ਤਾਂ ਵੀ ਇਸ ਤਰ੍ਹਾਂ ਦੇ, ਜਾਂ ਫਿਰ ਕਈ ਵਾਰ ਇੱਕ ਕਿਸਮ ਦਾ ਆਟੋਇਮਿਊਨ ਬਿਮਾਰੀ ਹੁੰਦੀ ਜੇ, ਜੋ ਦਿਮਾਗ ਦੇ ਅੰਦਰ ਯਾਨੀ ਐਨਕੈਫਲਾਈਟਸ, ਆਟੋਇਮਿਊਨ ਐਨਕੈਫਲਾਈਟਸ, ਦਿਮਾਗ ਦੀਆਂ ਪਰਤਾਂ ਦੀ ਸੋਜ਼ਿਸ਼ ਕਰ ਦੇਗੀ। ਉੱਥੇ ਕਈ ਵਾਰ ਇਸ ਤਰ੍ਹਾਂ ਦੇ ਲੱਛਣ, ਜਦੋਂ ਦਿਮਾਗ ਦੇ ਸੈੱਲ ਇਨਵੋਲਵ ਹੋ ਜਾਣ ਵਿੱਚ, ਹੂੰ ਉੱਥੇ ਹੂੰ ਇਹ ਚੀਜ਼ਾਂ ਉਦੋਂ ਵੀ ਫਿਰ ਦਿਖਣ ਲੱਗ ਸਕਦੀਆਂ ਹੁੰਦੀਆਂ ਨੇ। ਜੀ ਕਈ ਕਿਸਮ ਦੀ ਹਲਕੀ ਸੱਟ ਵੱਜ ਜਾਵੇ ਜੇ ਹੂੰ ਸਿਰ ਦੇ ਹੂੰ ਉੱਤੇ, ਜੀ ਉਹਦੇ ਨਾਲ ਵੀ ਜੇ ਅੰਦਰ ਖੂਨ ਇਕੱਠਾ ਹੋ ਜਾਵੇ ਤਾਂ ਇਹੋ ਜਿਹੇ ਲੱਛਣ ਦਿਸ ਸਕਦੇ ਹੁੰਦੇ ਨੇ। ਹੂੰ ਫਿਰ ADHD ਜੇ ਬਿਮਾਰੀ ਹੋਵੇ, ਟਿਕ ਕੇ ਨਾ ਬੈਠ ਸਕਣਾ, ਉਹਦੇ ਵਿੱਚ ਵੀ ਹੁੰਦਾ ਜੇ। ਸੋ ਉਹ ਇੱਕ ਵੱਖ ਚੀਜ਼ ਹੈ। ਇਸੇ ਤਰ੍ਹਾਂ ਆਟਿਜ਼ਮ ਸਪੈਕਟਰਮ ਡਿਸਆਰਡਰ, ਉਹ ਵੀ ਵੱਖ ਚੀਜ਼ ਜੇ, ਜੋ ਇਹਦੇ ਵਿੱਚ ਨਹੀਂ, ਉਹਨੂੰ ਡਿਪਰੈਸ਼ਨ ਨਹੀਂ ਗਿਣਨਾ ਚਾਹੀਦਾ। ਜੀ ਕਈ ਵਾਰ ਟੱਬਰ ਦੇ ਵਿੱਚ ਕਈ ਕਿਸਮਾਂ ਦੇ ਰੋਗ ਹੁੰਦੇ ਨੇ, ਜੋ ਟੱਬਰ ਜੀਨ ਦਾ ਆਧਾਰਿਤ ਤੁਰਦੇ ਨੇ, ਉਹਨਾਂ ਵਿੱਚ ਵੀ ਇਸੇ ਤਰ੍ਹਾਂ ਹੀ ਲੱਛਣ ਦਿਸ ਸਕਦੇ ਨੇ। ਜਾਂ ਫਿਰ ਕਈ ਤਰ੍ਹਾਂ ਦੇ ਤੁਸੀਂ ਜੇ ਕੈਂਸਰ ਦੀ ਕੋਈ ਦਵਾਈ ਲੈ ਰਹੇ ਹੋ, ਕੀਮੋਥੈਰੇਪੀ, ਉਹਦੇ ਨਾਲ ਵੀ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਦਿਖ ਸਕਦੀਆਂ ਨੇ। ਪਹਿਲਾਂ ਹੀ ਬੱਚਾ ਜੂਝ ਰਿਹਾ ਹੁੰਦਾ ਬਿਮਾਰੀ ਨਾਲ, ਕੁਝ ਦਵਾਈਆਂ ਦੇ ਸਾਈਡ ਇਫੈਕਟਸ ਬੜੇ ਤਗੜੇ ਹੁੰਦੇ ਨੇ। ਇਸੇ ਤਰ੍ਹਾਂ ਬਲੱਡ ਪ੍ਰੈਸ਼ਰ ਦੀਆਂ ਕੁਝ ਦਵਾਈਆਂ ਦੇ ਨਾਲ ਵੀ ਬੜਾ ਤਗੜਾ ਡਿਪਰੈਸ਼ਨ ਤੁਹਾਨੂੰ ਦਿਖ ਸਕਦਾ ਹੁੰਦਾ ਜੇ। ਇਸੇ ਤਰ੍ਹਾਂ ਸਟੀਰੋਇਡਸ ਜੇ ਲੈਂਦੇ ਹੋਵੋ, ਹੂੰ ਹੂੰ ਉਹ ਵੀ ਕਈ ਵਾਰ ਇਸੇ ਤਰ੍ਹਾਂ ਦੀ ਹੀ ਤੁਹਾਨੂੰ ਡਿਪਰੈਸ਼ਨ ਵਰਗੀ ਚੀਜ਼ ਲੱਗਦਾ ਕਿ ਹੋ ਰਹੀ ਹੈ। ਜੀ
ਫਿਰ ਬਹੁਤ ਅਹਿਮ ਜੇ ਜਿਹੜੀਆਂ ਨੌਜਵਾਨ ਬੇਟੀਆਂ ਕੰਟਰਾਸੈਪਟਿਵਸ ਲੈ ਰਹੇ ਹੋਣ, ਉਹ ਹਾਰਮੋਨ, ਉਹਨਾਂ ਵਿੱਚ ਵੀ ਕੁਝ ਇਹੋ ਜਿਹੇ ਲੱਛਣ ਦਿਸਦੇ ਨੇ, ਪਰ ਉਹ ਡਿਪਰੈਸ਼ਨ ਨਹੀਂ ਹੁੰਦਾ। ਉਹ ਜਿਵੇਂ ਆਪਾਂ ਮੈਂਸਟ੍ਰੇਸ਼ਨ ਵੇਲੇ ਚੀਜ਼ ਹੈ, ਉਸੇ ਤਰ੍ਹਾਂ ਹੀ ਇਹ ਹਾਰਮੋਨਲ ਜੋ ਚੇਂਜਸ ਨੇ ਉਹਦੇ ਕਰਕੇ ਹੋ ਸਕਦੀਆਂ ਹੁੰਦੀਆਂ ਨੇ। ਹੂੰ ਫਿਰ ਇੱਕ ਅਹਿਮ ਨੁਕਤਾ ਜੋ ਅਸੀਂ ਧਿਆਨ ਨਹੀਂ ਦਿੰਦੇ ਇਸ ਵੇਲੇ, ਯੂਐਨ ਜੋ ਯੂਨਾਈਟਿਡ ਨੇਸ਼ਨਸ ਵੱਲੋਂ ਬੱਚਿਆਂ ਲਈ ਖਾਸ ਤੌਰ ਤੇ ਵਾਰਨਿੰਗਸ ਜਾਰੀ ਕੀਤੀਆਂ ਨੇ ਕਿ ਭਈ ਤੁਸੀਂ ਤੁਹਾਡੇ ਬੱਚੇ ਨਾਲ ਕਿਤੇ ਕੋਈ ਸੈਕਸੁਅਲ ਅਸੌਲਟ ਨਾ ਹੋਈ ਹੋਏ, ਸੈਕਸੁਅਲ ਅਬਿਊਜ਼ ਨਾ ਹੋਈ ਹੋਵੇ, ਹੂੰ ਉਹ ਜ਼ਰੂਰੀ ਜੇ ਚੈੱਕ ਕਰੋ। ਉਹਦਾ ਇਲਾਜ ਬਹੁਤ ਜ਼ਰੂਰੀ ਜੇ, ਤੁਰੰਤ ਕਰਨ ਦੀ ਲੋੜ ਹੈ। ਕੋਈ ਉਹਨੂੰ HIV ਦੇ ਨਾਲ ਸ਼ੁਰੂ ਹੋ ਗਿਆ ਹੋਵੇ, ਯਾਨੀ ਇਹ ਚੀਜ਼ਾਂ ਜੇ ਤੁਹਾਡਾ ਬੱਚਾ ਇਸ ਤਰੀਕੇ ਦੇ ਲੱਛਣ ਦਿਖਾ ਰਿਹਾ ਹੈ, ਜ਼ਰੂਰ ਚੈੱਕ ਕਰੋ ਕਿ ਕਿਤੇ ਉਹਨੂੰ ਸੈਕਸੁਅਲ ਅਬਿਊਜ਼ ਨਾ ਹੋਈ ਹੋਵੇ। ਜੀ ਉਹ ਇਸੇ ਤਰ੍ਹਾਂ ਬੁਲਿੰਗ ਜੋ ਹੁੰਦੀ ਜੇ ਬੱਚਿਆਂ ਦੀ, ਭਾਵੇਂ ਉਹ ਸੋਸ਼ਲ ਮੀਡੀਆ ਰਾਹੀਂ ਜਾਂ ਉੱਥੇ ਉਹਨੂੰ ਕਾਫੀ ਸਕੂਲ ਵਿੱਚ ਬੱਚਿਆਂ ਵੱਲੋਂ ਹਰਾਸਮੈਂਟ ਮਿਲੀ ਹੋਵੇ, ਹੂੰ ਉਹਦਾ ਹੂੰ ਮਜ਼ਾਕ ਉਡਾਇਆ ਗਿਆ ਹੋਵੇ, ਉਹਨੂੰ ਹੂੰ ਮਾਰਿਆ ਕੁੱਟਿਆ ਗਿਆ ਹੋਵੇ, ਜੀ ਉਹ ਚੀਜ਼ਾਂ ਵੀ ਅਹਿਮ ਨੇ ਜਿਹੜੀਆਂ ਲੱਭ ਲੈਣੀਆਂ ਚਾਹੀਦੀਆਂ ਨੇ। ਫਿਰ ਇੱਕ ਜੋ ਖਾਸ ਚੀਜ਼ ਹੈ ਜਿਹੜੀ ਅਸੀਂ ਧਿਆਨ ਹੀ ਨਹੀਂ ਕਰਦੇ, ਕਿ ਘਰਾਂ ਦੇ ਵਿੱਚ ਆਪਸੀ ਲੜਾਈ ਕਈ ਵਾਰ ਡਾਈਵੋਰਸ ਤੱਕ ਵੀ ਚਲੀ ਜਾਂਦੀ ਜੇ। ਛੋਟੇ ਬੱਚੇ ਦੇ ਦਿਮਾਗ ਤੇ ਇੰਨਾ ਤਗੜਾ ਅਸਰ ਪਾਉਂਦੀ ਜੇ ਕਿ ਉਹ ਜ਼ਿੰਦਗੀ ਭਰ ਨਾਰਮਲ ਹੋ ਹੀ ਨਹੀਂ ਸਕਦਾ। ਤੋ ਹੂੰ ਅਸੀਂ ਸੋਚਦੇ ਹਾਂ ਕਿ 6 ਮਹੀਨੇ ਸਾਲ ਦਾ ਬੱਚਾ ਪਿਆ, ਨਾਲ ਅਸੀਂ ਘਸੁੰਨ ਮੁੱਕੀ ਹੋ ਰਹੇ ਹਾਂ, ਗਾਲੀ ਗਲੋਚ ਕਰ ਰਹੇ ਹਾਂ, ਜਾਂ ਇਹ 2 ਸਾਲ ਦਾ ਬੱਚਾ, ਇਹਨੂੰ ਥੱਪੜ ਜੜ ਕੇ ਪਰੇ ਕਰ ਦਿਆਂਗੇ। ਇਹ ਬਿਲਕੁਲ ਵੀ ਠੀਕ ਨਹੀਂ ਹੁੰਦਾ, ਕਿਉਂਕਿ ਇਸ ਤਰ੍ਹਾਂ ਦੀ ਜੇ ਤੁਹਾਨੂੰ ਘਰ ਦੇ ਵਿੱਚ ਲੜਾਈ ਹੋਏਗੀ, ਉਹ ਵਾਪਸ ਬੜੇ ਤਗੜੇ ਤਰੀਕੇ ਤੁਹਾਨੂੰ ਆਪ ਸਹਿਣੀ ਪੈਂਦੀ ਜੇ। ਜਦੋਂ ਬੱਚਾ ਵੱਡਾ ਹੋਏਗਾ, ਕਿਸੇ ਵੀ ਹਾਲ ਵਿੱਚ ਤੁਹਾਡੇ ਨਾਲ ਰਿਲੇਸ਼ਨ ਬਣਾ ਹੀ ਨਹੀਂ ਸਕੇਗਾ, ਤੇ ਤਾਂ ਹੀ ਫਿਰ ਬਜ਼ੁਰਗ ਘਰਾਂ ਵਿੱਚ ਇਹ ਮਾਪੇ ਧੱਕੇ ਵੀ ਜਾਂਦੇ ਨੇ, ਕਿਉਂਕਿ ਉਹਨਾਂ ਦੇ ਆਪਣਾ ਹੀ ਪੀਜਿਆ ਜੋ ਹੁੰਦਾ ਸਾਹਮਣੇ ਦਿਸਣ ਲੱਗ ਜਾਂਦਾ। ਸੋ ਐਵੇਂ ਹੀ ਮੈਮ ਕਿ ਜਿਵੇਂ ਤੁਸੀਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਪਛਾਣ ਕਰ ਸਕਦੇ ਆ ਕਿ ਸਾਡਾ ਬੱਚਾ ਜਿਹੜਾ ਉਹ ਡਿਪਰੈਸ਼ਨ ਦੇ ਵੱਲ ਜਾ ਰਿਹਾ, ਜਾਂ ਫਿਰ ਇਸ ਦਾ ਜਿਹੜਾ ਇਲਾਜ ਹੈ ਉਹ ਕਿਸ ਤਰੀਕੇ ਦਾ ਹੋਵੇਗਾ। ਵੀ ਹੋਵੇ ਕਿ ਬਹੁਤ ਸਾਰੇ ਕਾਰਨ ਨੇ, ਤੇ ਹੂੰ ਉਹਨਾਂ ਕਾਰਨਾਂ ਦਾ ਇਲਾਜ ਅਹਿਮ ਹੈ, ਤੇ ਉਹ ਮੈਨੂੰ ਨਹੀਂ ਲੱਗਦਾ ਕਿ ਮਾਪੇ ਆਪ ਲੱਭ ਸਕਣਗੇ। ਇਸੇ ਲਈ ਇਹ ਕੰਪਲਸਰੀ ਕਿਹਾ ਗਿਆ ਕਿ ਇਹਨਾਂ ਬੱਚਿਆਂ ਨੂੰ ਸਾਈਕੋਥੈਰੇਪੀ ਜ਼ਰੂਰ ਦੇਣੀ। ਜੀ ਹੁਣ ਉਹ ਸਾਈਕੋਥੈਰੇਪੀ ਕੋਈ ਛੋਟੀ ਮੋਟੀ ਨਹੀਂ ਹੁੰਦੀ, 4 ਤੋਂ 8 ਹਫ਼ਤਿਆਂ ਤੱਕ ਹੁੰਦੀ ਹੈ। ਜੀ ਮੈਂ ਇਸੇ ਲਈ ਬੇਨਤੀ ਕਰਦੇ ਹਾਂ, ਆਪਣੇ ਪ੍ਰੋਗਰਾਮ ਤੋਂ ਬਾਅਦ ਕਈ ਫੋਨ ਆਉਂਦੇ ਨੇ ਕਿ ਮੈਨੂੰ ਦਿਓ ਜੀ 2 ਮਿੰਟ, ਮੈਂ ਤੁਹਾਨੂੰ ਆਪਣੇ ਵਾਈਫ ਦੀ, ਆਪਣੀ ਜਾਂ ਆਪਣੇ ਬੱਚੇ ਦੀ ਗੱਲ ਦੱਸ ਰਿਹਾ, ਤੇ ਦਫਾ ਦਫ ਮੈਨੂੰ ਦਿਖਾਇਓ ਕਿੰਨੀ ਮੈਂ ਗਾਜਰ ਖਾ ਲਵਾਂ, ਕਿੰਨੀ ਦਵਾਈ ਦੇਣੀ ਹੈ, ਫਟਾਫਟ ਲਿਖਾ ਦਿਓ। ਹੂੰ ਹੋ ਸਕਦਾ ਬਹੁਤ ਸਾਰੇ ਨਾਰਾਜ਼ ਵੀ ਹੁੰਦੇ ਹੁਣ ਜਦੋਂ ਮੈਂ ਖਿਮਾ ਮੰਗਦੀ ਹਾਂ, ਜੀ ਖਿਮਾ ਕਰਿਓ, ਮੈਂ ਇਸ ਤਰ੍ਹਾਂ ਦੀ ਦਵਾਈ ਨਹੀਂ ਲਿਖਾਉਂਦੀ, ਕਿਉਂਕਿ ਉਹਨਾਂ ਨੂੰ ਸ਼ਾਇਦ ਸਮਝ ਹੀ ਨਹੀਂ ਆਉਂਦੀ ਕਿ ਇਸ ਤਰੀਕੇ ਨਾਲ ਤਾਂ ਰੋਗ ਲੱਭਿਆ ਜਾ ਸਕਦਾ ਹੈ। ਕਿਉਂਕਿ ਕੁਝ ਲੱਛਣ ਨੇ ਜੋ ਮਾਪੇ ਦੱਸ ਸਕਦੇ ਨੇ, ਕੁਝ ਲੱਛਣ ਨੇ ਜੋ ਡਾਕਟਰ ਨੂੰ ਦੇਖ ਕੇ ਪਤਾ ਲੱਗਦਾ, ਗੱਲ ਕਰਕੇ ਪਤਾ ਲੱਗਦਾ, ਤੇ ਫਿਰ ਬਹੁਤ ਸਾਰੇ ਟੈਸਟਾਂ ਦੀ ਵੀ ਲੋੜ ਹੁੰਦੀ ਹੈ ਜਿਹੜੀ ਸ਼ਾਇਦ ਉਹ ਸਮਝਦੇ ਹੀ ਨਹੀਂ ਕਿ ਹੂੰ ਬਸ ਫੋਨ ਹੋ ਗਿਆ ਜੀ, ਦਬਾ ਦਬ ਲਿਖਾ ਦਿਓ ਜੀ 2 ਮਿੰਟ, ਐਂਡ ਉਸ ਤੋਂ ਉੱਪਰ ਲਓ ਜੀ ਪੈਸੇ ਵੀ ਭਰਾ ਦਿੰਦੇ ਆ, ਫਟਾਫਟ ਦੱਸੋ ਜੀ ਕਿੰਨੇ। ਯਾਨੀ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਭਾਈ ਇਹ ਕੋਈ ਕੱਪੜਾ ਨਹੀਂ ਖਰੀਦਣ ਚੱਲੇ, ਕੱਪੜਾ ਵੀ ਖਰੀਦਣ ਲੱਗਿਆ 10 ਦੁਕਾਨਾਂ ਖਰੀਦ ਜਾਈਦੇ ਆ, ਵੇਖਦੇ ਆ, ਤੇ ਬਿਲਕੁਲ ਕਿਉਂ ਆਖਰ ਆਪਣੇ ਰੋਗ ਦਾ, ਜਿਸ ਦੇ ਅੰਦਰ ਬਹੁਤ ਕੁਝ ਹੋਰ ਲੁਕਿਆ ਪਿਆ, ਉਹ ਬਿਨਾਂ ਚੈੱਕਅਪ ਕਰਾਏ ਕਿਸ ਕਾਰਨ ਅਸੀਂ ਨਾ ਕੋਈ ਟੈਸਟ ਕਰਵਾਇਆ। ਤੇ ਫਿਰ ਸਾਈਕੋਥੈਰੇਪੀ ਕੋਈ 2 ਮਿੰਟ ਦਾ ਕੰਮ ਨਹੀਂ ਹੈ, 4 ਤੋਂ 8 ਹਫ਼ਤੇ, ਉਹ ਵੀ ਲਗਾਤਾਰ ਰੋਜ਼ ਘੰਟਾ ਜਾਂ 1.5 ਘੰਟੇ ਦਾ ਬੱਚੇ ਨੂੰ ਆਮੋ ਸਾਹਮਣੇ ਬਿਠਾ ਕੇ ਇਹ ਕਰਨਾ ਪੈਂਦਾ ਹੈ। ਹੂੰ ਫਿਰ ਜਿਵੇਂ ਦਾਸੀ ਚੱਕਿਆਂ ਚੁੱਕਿਆ ਆਪਾਂ ਕਿ ਬਹੁਤ ਸਾਰੇ ਜਿਹੜੇ ਨੇ ਜਿਨ੍ਹਾਂ ਦੇ ਟੈਸਟਾਂ ਦੀ ਲੋੜ ਹੈ, ਉਹ ਟੈਸਟ ਦੇ ਹਿਸਾਬ ਨਾਲ ਉਹਦਾ ਵੀ ਇਲਾਜ ਜ਼ਰੂਰੀ ਹੈ। ਬਿਹੇਵੀਅਰ ਥੈਰੇਪੀ ਫਿਰ ਕਰਨੀ ਪੈਂਦੀ ਜੇ, ਜਿਸ 'ਚ ਮਾਪਿਆਂ ਨੂੰ ਵੀ ਉਹ ਇਲਾਜ ਕਰਵਾਉਣਾ ਪੈਂਦਾ ਹੈ ਕਿ ਆਪ ਉਹ ਬੱਚਿਆਂ ਦੇ ਸਾਹਮਣੇ ਇਸ ਤਰ੍ਹਾਂ ਨਾ ਉਹਨਾਂ ਦਾ ਬਿਹੇਵੀਅਰ ਚੇਂਜ ਰੱਖਣ, ਤਾਂ ਹੂੰ ਕਿ ਉਹ ਆਪ ਵਧੀਆ ਇੱਕ ਮਿਸਾਲ ਬਣ ਸਕਣ। ਹੂੰ ਫਿਰ ਬਹੁਤ ਸਾਰੀਆਂ ਕਮਿਊਨੀਕੇਸ਼ਨ ਸਕਿੱਲਸ ਹੁੰਦੀਆਂ, ਜਿਹੜਾ ਬੱਚੇ ਨੂੰ ਆਰੇ ਲਾਉਣ ਲਈ, ਉਹਨੂੰ ਹੋਰ ਪਾਸੇ ਨੂੰ, ਤਾਂ ਕਿ ਉਹ ਲਗਾਤਾਰ ਉਸੇ ਮਾਹੌਲ ਵਿੱਚ ਨਾ ਤੜਿਆ ਰਵੇ, ਨਾ ਖਰਾਬ ਹੁੰਦਾ ਰਵੇ, ਤਾਂ ਉਹਨੂੰ ਕਿਸੇ ਆਰੇ ਲਾਣਾ, ਜਿਸ 'ਚ ਹੋ ਸਕਦਾ ਪੇਂਟਿੰਗ, ਫੋਟੋਗ੍ਰਾਫੀ, ਜਾਂ ਕੋਈ ਪੈਟ ਐਨੀਮਲ ਦੇ ਨਾਲ, ਜਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੂੰ ਉਸੇ ਤਰ੍ਹਾਂ ਸਿਖਾਈਆਂ ਜਾਂਦੀਆਂ ਨੇ। ਉਂਝ ਹੀ
ਮਾਪਿਆਂ ਦੀ ਥੈਰੇਪੀ ਬਹੁਤ ਇੰਪੋਰਟੈਂਟ ਹੈ। ਉਹਦਾ ਨਾਮ ਹੀ ਫੈਮਿਲੀ ਥੈਰੇਪੀ ਦਿੱਤਾ ਹੋਇਆ ਹੈ। ਇਹ ਘਰ ਦੇ ਹਰ ਜੀਅ ਨੂੰ ਸਮਝ ਆਉਣੀ ਚਾਹੀਦੀ ਹੈ ਕਿਸ ਤਰੀਕੇ ਬੱਚੇ ਨੂੰ ਪਾਲਣਾ ਹੁੰਦਾ ਹੈ। ਫਿਰ ਐਂਟੀ ਡਿਪਰੈਸੈਂਟਸ ਦੇਣੇ ਪੈ ਸਕਦੇ ਨੇ ਜੇ ਨਾ ਠੀਕ ਹੋ ਰਿਹਾ ਹੋਵੇ ਬੱਚਾ, ਜੋ ਕਿ 6 ਤੋਂ 12 ਸਾਲ ਦੇ ਵਿੱਚ ਡੋਜ਼ ਵੱਖ ਹੁੰਦੀ ਜੇ ਫਲੋਕਸੀਟੀਨ ਦੀ, ਇਸੇ ਤਰ੍ਹਾਂ 13 ਸਾਲ ਤੋਂ ਬਾਅਦ ਦੀ ਡੋਜ਼ ਵੱਖ ਹੁੰਦੀ ਜੇ। ਪਰ ਉਹਦੇ ਵਿੱਚ ਕਿਤੇ ਇਹ ਦਵਾਈ ਦੇ ਕੇ ਹੀ ਖਤਮ ਨਹੀਂ ਹੁੰਦਾ, ਲਗਾਤਾਰ ਲੌਂਗ ਟਰਮ ਸਾਲ ਭਰ ਦੀ ਉਹਦੀ ਸੁਪਰਵਿਜ਼ਨ ਵੀ ਜ਼ਰੂਰੀ ਹੁੰਦੀ ਜੇ। ਜੀ ਸੋ ਤੁਸੀਂ ਸਮਝ ਹੀ ਸਕਦੇ ਹੋ ਕਿ ਅਸੀਂ ਕਿਵੇਂ 1 ਮਿੰਟ ਦੇ ਫੋਨ ਤੇ ਫਟਾਫਟ ਦਵਾਈ ਲਿਖਾਓ ਵਾਲੀ ਗੱਲ ਬਿਲਕੁਲ ਵੀ ਨਹੀਂ ਕਰਨੀ, ਕਿਸੇ ਨਾਲ ਵੀ ਨਹੀਂ ਕਰਨੀ ਚਾਹੀਦੀ। ਬਲਕਿ ਸਮਾਂ ਲੈ ਕੇ ਪਹੁੰਚੋ ਡਾਕਟਰ ਦੇ ਕੋਲ ਤੇ ਉਹਨੂੰ ਰੈਗੂਲਰ 1 ਸਾਲ ਲਈ ਫੋਲੋ ਅਪ ਵੀ ਹੈ, ਤੇ ਰੋਜ਼ ਦੀ ਜਿਵੇਂ 8 ਹਫ਼ਤੇ ਦੀ ਤੱਕ ਤਾਂ ਪਹਿਲਾਂ ਰੋਜ਼ ਦੀ ਥੈਰੇਪੀ ਵੀ ਹੈ। ਸੋ ਇਹ ਬਹੁਤ ਡਿਟੇਲਡ ਗੱਲ ਹੁੰਦੀ ਜੇ, ਇਹਨੂੰ ਕਦੇ ਕਿਸੇ ਵੀ ਹਾਲ ਵਿੱਚ ਲਾਈਟਲੀ ਨਹੀਂ ਲੈਣਾ ਚਾਹੀਦਾ। ਜੀ ਸੋ ਮੈਮ, ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਡਿਪਰੈਸ਼ਨ ਬੱਚਿਆਂ ਦੇ ਵਿੱਚ ਹੋਣਾ ਕੋਈ ਛੋਟੀ ਗੱਲ ਨਹੀਂ ਹੁੰਦੀ, ਬਹੁਤ ਬਰੀਕ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਸ ਨੂੰ ਬੱਚਾ ਵੇਖਦਾ ਹੈ, ਬੱਚਾ ਆਬਜ਼ਰਵ ਕਰਦਾ, ਬੱਚੇ ਨੂੰ ਇਹ ਲੱਗਦਾ ਹੈ ਕਿ ਇਹ ਸਭ ਕੁਝ ਕੀ ਹੋ ਰਿਹਾ ਹੈ। ਜਾਂ ਜਿਵੇਂ ਤੁਸੀਂ ਦੱਸਿਆ ਕਿ ਕੁਝ ਰੋਗ ਹੁੰਦੇ ਨੇ ਜਿਨ੍ਹਾਂ ਨੂੰ ਲੈ ਕੇ ਵੀ ਅਸੀਂ ਡਿਪਰੈਸ਼ਨ ਦੇ ਵਿੱਚ ਜਾ ਸਕਦੇ ਹਾਂ। ਸੋ ਕੈਂਸਰ ਵਰਗੇ ਰੋਗਾਂ ਦੀ ਤੁਸੀਂ ਗੱਲ ਕੀਤੀ ਆ, ਜਾਂ ਗੁਰਦਿਆਂ ਦਾ ਖਰਾਬ ਹੋ ਜਾਣਾ, ਜਾਂ ਕੁਝ ਐਸੇ ਰੋਗ ਜਿਸ ਨੂੰ ਦੇਖ ਕੇ ਸਾਡਾ ਪਹਿਲਾਂ ਹੀ ਮਨ ਡਰ ਜਾਂਦਾ ਕਿ ਪਤਾ ਨਹੀਂ ਕੀ ਹੋ ਗਿਆ ਜਾਂ ਕੀ ਹੋਏਗਾ। ਉਸ ਚੀਜ਼ ਨੂੰ ਲੈ ਕੇ ਵਾਰ-ਵਾਰ ਬੱਚੇ ਸੋਚਦੇ ਰਹਿੰਦੇ ਨੇ ਕਿ ਆਖਿਰਕਾਰ ਸਾਡੇ ਨਾਲ ਕੀ ਹੋ ਰਿਹਾ, ਕਿਵੇਂ ਹੋ ਰਿਹਾ, ਕੀ ਇਸ ਦੇ ਨਾਲ ਅਸੀਂ ਠੀਕ ਹੋ ਪਾਵਾਂਗੇ, ਕਿਹੜੇ ਡਾਕਟਰ ਕੋਲ ਅਸੀਂ ਇਲਾਜ ਦੇ ਲਈ ਜਾਈਏ, ਕੀ ਕੁਝ ਕਰੀਏ। ਤਾਂ ਜਿਵੇਂ ਤੁਸੀਂ ਕਿਹਾ ਕਿ ਫੋਨ ਕਾਲਸ ਤੁਹਾਨੂੰ ਬਹੁਤ ਆਉਂਦੀਆਂ ਨੇ, ਪ੍ਰੋਗਰਾਮ ਜਦੋਂ ਖਤਮ ਹੁੰਦਾ ਕਈ ਮਾਪੇ ਕਾਲ ਕਰਦੇ ਨੇ, ਕਈ ਆਪਣੇ ਲਈ ਕਾਲ ਕਰਦੇ ਨੇ ਵੀ ਅਸੀਂ ਕਿਹੜੀ ਦਵਾਈ ਖਾਈਏ ਜਾਂ ਕੀ ਕਰੀਏ ਜਾਂ ਕਿਵੇਂ ਕਰੀਏ। ਤਾਂ ਉਸ ਲਈ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਵੀ ਇੱਕ ਬਿਮਾਰੀ ਹੁੰਦੀ ਆ ਜਿਸ ਨੂੰ ਲੈ ਕੇ ਅਸੀਂ ਕਹਿੰਦੇ ਹਾਂ ਕਿ ਅਸੀਂ ਬਸ ਫਟਾਫਟ ਜੇ ਅਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਗਏ ਹਾਂ ਤਾਂ ਛੇਤੀ ਅਸੀਂ ਠੀਕ ਹੋ ਜਾਈਏ ਨਾ। ਅਸੀਂ ਇਹ ਨਹੀਂ ਸੋਚਦੇ ਕਿ ਬਿਮਾਰੀ ਹੈ ਕੋਈ, ਉਹ 10 ਮਿੰਟ ਦੇ ਵਿੱਚ ਜਾਂ 10 ਦਿਨਾਂ ਦੇ ਵਿੱਚ ਨਹੀਂ ਹੁੰਦੀ। ਉਹ ਉਦੋਂ ਇੱਕ ਵੱਡਾ ਰੋਗ ਬਣ ਕੇ ਜਦੋਂ ਉੱਭਰਦੀ ਹੈ, ਉਦੋਂ ਸਾਹਮਣੇ ਆਉਂਦੀ ਹੈ, ਤਾਂ ਫਿਰ ਪਤਾ ਲੱਗਦਾ ਕਿ ਅਸੀਂ ਕਿੰਨਾ ਟਾਈਮ ਤੋਂ ਇਸ ਬਿਮਾਰੀ ਦੇ ਨਾਲ ਜੂਝ ਰਹੇ ਸੀ। ਫੋਰਨ ਕੰਟਰੀਜ਼ ਦੇ ਵਿੱਚ ਖੋਜਾਂ ਹੋ ਜਾਂਦੀਆਂ ਨੇ, ਫੋਰਨ ਕੰਟਰੀਜ਼ ਦੇ ਵਿੱਚ ਡਾਕਟਰ ਅਵੇਲੇਬਲ ਹੁੰਦੇ ਨੇ, ਮਾਪੇ ਸੁਚੇਤ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਕਿਵੇਂ ਬੱਚਿਆਂ ਦਾ ਇਲਾਜ ਕਰਾਉਣਾ, ਕਿਹੜੇ ਡਾਕਟਰ ਕੋਲ ਜਾਣਾ ਤੇ ਕੀ ਕਰਨਾ। ਜੇ ਆਪਾਂ ਭਾਰਤੀ ਬੱਚਿਆਂ ਦੀ ਗੱਲ ਕਰੀਏ, ਪੰਜਾਬੀ ਬੱਚਿਆਂ ਦੀ ਗੱਲ ਕਰੀਏ, ਤਾਂ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਸ ਨੂੰ ਲੈ ਕੇ ਮਾਪੇ ਵੀ ਡਿਪਰੈਸ਼ਨ ਦੇ ਵਿੱਚ ਰਹਿੰਦੇ ਨੇ, ਬੱਚਿਆਂ ਨੇ ਤਾਂ ਡਿਪਰੈਸ਼ਨ ਦੇ ਵਿੱਚ ਰਹਿਣਾ ਹੀ ਰਹਿਣਾ। ਅੱਜ ਦੀ ਜੇ ਗੱਲ ਕਰੀਏ, ਅੱਜ ਸਾਡੀ ਦੌੜ ਤੇ ਅੱਜ ਸਾਡੀ ਜਿਹੜੀ ਹੌੜ ਹੈ ਉਹ ਮੇਨ ਇਹ ਚੀਜ਼ ਨੂੰ ਲੈ ਕੇ ਲੱਗੀ ਹੋਈ ਹੈ ਕਿ 10 ਪੜ੍ਹਾਓ 12 ਪੜ੍ਹਾਓ, ਜਵਾਕਾਂ ਨੂੰ ਤਾਂ ਜੀ ਬਾਹਰ ਭੇਜੋ, ਕੈਨੇਡਾ ਭੇਜਣਾ, ਅਮਰੀਕਾ ਭੇਜਣਾ, ਆਸਟ੍ਰੇਲੀਆ ਭੇਜਣਾ, ਹੈ ਨਾ। ਆਪਾਂ ਕਹਿੰਦੇ ਆ ਵੀ ਤੁਹਾਡੇ ਤਾਂ ਜੀ 8 ਬੈਂਡ ਘੱਟੋ ਘੱਟ ਆਉਣੇ ਹੀ ਚਾਹੀਦੇ ਨੇ ਤਾਂ ਤੁਹਾਡਾ ਵੀਜ਼ਾ ਲੱਗੇਗਾ। 5-6 ਬੈਂਡ ਵਾਲਿਆਂ ਨੂੰ ਅੱਜ ਕੱਲ੍ਹ ਕੋਈ ਨਹੀਂ ਪੁੱਛਦਾ, ਹੈ ਨਾ। ਤਾਂ ਸਾਨੂੰ ਕਈ ਤਾਂ ਇਹ ਕਹਿੰਦੇ ਨੇ ਕਿ PR ਇੱਥੋਂ ਹੀ ਲੈ ਕੇ ਜਾਣੀ ਹੈ। ਮਤਲਬ ਇੰਨਾ ਬੱਚਿਆਂ ਤੇ ਪ੍ਰੈਸ਼ਰ, ਤਾਂ ਬੱਚੇ ਆਟੋਮੈਟਿਕ ਡਿਪਰੈਸ਼ਨ ਦੇ ਵਿੱਚ ਆ ਜਾਂਦੇ ਨੇ। ਜਿਹੜੇ ਬੱਚੇ ਕਹਿੰਦੇ ਨੇ ਕਿ ਮੈਂ ਪੰਜਾਬ ਛੱਡ ਕੇ ਜਾਣਾ ਹੀ ਨਹੀਂ, ਉਹਨਾਂ ਦੇ ਮਾਪੇ ਕਹਿੰਦੇ ਨੇ ਵੀ ਅਸੀਂ ਤਾਂ ਜੀ 12 ਪੜ੍ਹਾ ਕੇ ਇਹਨਾਂ ਨੂੰ ਬਾਹਰ ਭੇਜਣਾ ਹੀ ਭੇਜਣਾ। ਉਹਨਾਂ ਮਾਪਿਆਂ ਦੇ ਲਈ ਕੀ ਕਹਿਣਾ ਚਾਹੋਗੇ? ਬਿਲਕੁਲ, ਦਰਅਸਲ ਮੈਂ ਪਹਿਲਾਂ ਹੀ ਕਿਹਾ ਸੀ ਕਿ ਮਾਪਿਆਂ ਦੀ ਕਿਸ ਥੈਰੇਪੀ ਦਿੰਦੇ ਆ, ਕਿਉਂਕਿ ਬਹੁਤ ਹੈ ਕਿ ਮਾਪੇ ਆਪਣਾ ਜੋ ਸਾਰਾ ਅੰਦਰਲਾ ਤਣਾਅ ਹੈ ਉਹ ਬਲਕਿ ਉਹਨੂੰ ਡਬਲ ਜਾਂ ਟ੍ਰਿਪਲ ਕਰਕੇ ਆਪਣੇ ਬੱਚੇ ਤੱਕ ਪਹੁੰਚਾ ਦਿੰਦੇ ਨੇ। ਉਹੀ ਕਾਰਨ ਹੈ ਕਿ ਇਹ ਵੱਧਦੀ ਗਿਣਤੀ ਜੋ ਅਸੀਂ ਸਾਡੇ ਸਾਹਮਣੇ ਆ ਰਹੀ ਹੈ ਕਿ ਜਿੱਥੇ USA ਵਰਗਾ ਮੁਲਕ, ਸੱਚੀ ਜਦੋਂ ਅੰਕੜੇ ਪੜ੍ਹੀਦੇ ਆ ਹੈਰਾਨੀ ਹੁੰਦੀ ਹੈ ਕਿ ਜਦੋਂ ਸਾਡੀ ਹੋਰ ਦੀ ਇੱਛਾ ਹੁੰਦੀ ਹੈ, ਮਨਸ਼ਾ ਹੁੰਦੀ ਹੈ, ਉਹ ਕਿਤੇ ਖਤਮ ਹੀ ਨਹੀਂ ਹੁੰਦੀ। ਕਿ ਅਸੀਂ ਗੱਲ ਕਰੀਏ ਕਿ ਅਮਰੀਕਾ ਵਰਗੇ ਮੁਲਕ 'ਚ ਜਿੱਥੇ ਦੁਨੀਆ ਤਰਸਦੀ ਹੈ ਜਾਣ ਨੂੰ, ਉੱਥੇ ਜਦੋਂ ਕਹਿਣ ਕਿ ਦੁਨੀਆ ਦੇ ਸਭ ਤੋਂ ਵੱਧ ਡਿਪਰੈਸਡ ਬੰਦੇ ਰਹਿੰਦੇ ਨੇ, ਹੈਰਾਨੀ ਹੁੰਦੀ ਹੈ ਕਿ ਦੇਖੋ ਨਾ, ਤਰਸਦੇ ਤੜਫਦੇ ਲੋਕ ਉੱਥੇ ਪਹੁੰਚਣ। ਤੇ ਜਦੋਂ ਤੁਸੀਂ ਉਹਨਾਂ ਮੁਲਕਾਂ ਵਿੱਚ ਬਹੁਤ ਵਧੀਆ ਘਰ ਦੇ ਅੰਦਰ ਵਧੀਆ ਕਾਰਾਂ ਨੇ ਤੁਹਾਡੇ ਕੋਲ, ਸਭ ਕੁਝ ਹੁੰਦਿਆਂ ਹੋਇਆਂ ਫਿਰ ਤੁਸੀਂ ਕਹੋ ਮੈਨੂੰ ਡਿਪਰੈਸ਼ਨ ਹੋ ਰਹੀ ਹੈ, ਦਾ ਮਤਲਬ ਤਾਂ ਸਾਡੇ 'ਚ ਹੀ ਕਮੀ ਹੈ ਨਾ, ਕਿ ਅਸੀਂ ਬੱਸ ਕਿਤੇ ਕਰਦੇ ਹੀ ਨਹੀਂ। ਦੂਜੇ ਪਾਸੇ ਅਸੀਂ ਦੇਖ ਲਈਏ, ਇਹ ਸੜਕਾਂ ਤੇ ਪਏ ਨੇ ਜਿਨ੍ਹਾਂ ਕੋਲ ਕੁਝ ਵੀ ਨਹੀਂ। ਮੈਂ ਪਰਸੋਂ ਵੀ ਗਈ ਸਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਤੇ ਉਹਦੇ ਅੱਗੇ ਬਾਹਰ ਤੁਹਾਨੂੰ ਪਤਾ ਹੀ ਹੈ ਫੁੱਟਪਾਥਾਂ ਤੇ ਰਾਤ ਨੂੰ ਕਿੰਨੇ ਢੇਰ ਲੱਗੇ ਹੋਏ, ਲੋਕੀ ਉੱਥੇ ਹੀ ਪਏ ਨੇ, ਕੁਝ ਵੀ ਨਹੀਂ। ਕੰਬਲ ਕਿਸੇ ਨੇ ਦੇ ਦਿੱਤਾ, ਕਿਸੇ ਨੇ ਰੋਟੀ ਦੇ ਦਿੱਤੀ, ਤਾਂ ਪਏ ਨੇ ਉੱਥੇ ਹੀ ਐਨ ਲੰਮੀਆਂ ਤਾਣ ਕੇ, ਠੰਡ ਵਿੱਚ ਵੀ। ਕੋਲੋਂ ਟਰੱਕ ਲੰਘ ਜਾਏ, ਕੁਛ ਲੰਘ ਜਾਏ, ਕੋਈ ਫਰਕ ਨਹੀਂ, ਡੂੰਘੀ ਨੀਂਦਰ ਏ। ਤੇ ਕਿੜਕਿੜਾ ਕੇ ਹੱਸਣ ਦੀ ਆਵਾਜ਼ ਵੀ ਉੱਥੋਂ ਹੀ ਆਉਂਦੀ ਜੇ।
ਮੈਨੂੰ ਨਹੀਂ ਪਤਾ ਕਿਸੇ ਘਰ ਵਿੱਚ ਜਾਂ ਆਪਾਂ ਵੀ ਕਦੇ ਬੈਠੇ ਉਹਨਾਂ ਕਦੇ ਖਿੜਖਿੜਾ ਕੇ ਹੱਸੇ ਹੋਈਏ। ਇਹ ਬਿਲਕੁਲ ਕੋਈ ਫਿਕਰ ਨਹੀਂ, ਕੋਈ ਫਾਕਾ ਨਹੀਂ, ਖੁਸ਼ ਹੈ। ਸੋ ਖੁਸ਼ੀ ਕਿਤੇ ਇਹਨਾਂ ਦੁਨਿਆਵੀ ਚੀਜ਼ਾਂ ਨਾਲ ਆਉਂਦੀ ਨਹੀਂ। ਖੁਸ਼ੀ ਤਾਂ ਤੁਹਾਨੂੰ ਆਪ ਕ੍ਰੀਏਟ ਕਰਨੀ ਪੈਂਦੀ ਜੇ, ਕਿਉਂਕਿ ਚੁਫੇਰੇ ਖੜੀ ਹੈ। ਬੱਚੇ ਨੂੰ ਕੋਈ ਸਮਾਗਮ ਨਹੀਂ ਚਾਹੀਦਾ ਹੁੰਦਾ ਹੱਸਣ ਲਈ। ਤੁਸੀਂ ਜੇ ਧਿਆਨ ਕਰੋ, ਉਹ ਤੇ ਵੈਸੇ ਹੀ ਕਦੇ ਹੀ ਕੁਛ ਵੀ ਕਰ ਲਓ, ਨਿੱਛ ਮਾਰੇ ਤੇ ਵੀ ਉਹ ਤਾਂ ਖਿੜਖਿੜਾ ਕੇ ਹੱਸ ਸਕਦਾ। ਉਹ ਵੀ ਇੰਨਾ ਲੋਟ-ਪੋਟ ਹੋ ਕੇ ਕਿ ਅਸੀਂ ਆਪ ਹੀ ਉਹਨੂੰ ਦੇਖ ਕੇ ਸ਼ਾਇਦ ਬਿਨਾਂ ਮਤਲਬ ਹੱਸਣ ਲੱਗ ਜਾਈਏ। ਸੋ ਇਹ ਚੀਜ਼ਾਂ ਸਾਨੂੰ ਬਹੁਤ ਕੁਛ ਸੁਣੇ ਦਿੰਦੀਆਂ ਨੇ, ਜੇ ਅਸੀਂ ਫੜ ਸਕੀਏ। ਸਕੇ ਸਭ ਕੁਛ ਹੁੰਦਿਆਂ ਵੀ ਅਸੀਂ ਖੁਸ਼ ਨਹੀਂ ਆ, ਤਾਂ ਭਾਈ ਫਿਰ ਇਸ ਤੋਂ ਵੱਧ ਖੁਸ਼ੀ ਆਣੀ ਨਹੀਂ। ਇਹਨੂੰ ਵੰਡਣਾ ਸ਼ੁਰੂ ਕਰ ਦਿਓ ਜੋ ਫਾਲਤੂ ਸਮਾਨ ਇਕੱਠਾ ਹੈ। ਦੇਖੋ ਕਿਸੇ ਹੋਰ ਦੇ ਚਿਹਰੇ ਤੇ ਜਦੋਂ ਖੁਸ਼ੀ ਆਉਂਦੀ ਹੈ, ਉਦੋਂ ਹੀ ਸ਼ਾਇਦ ਖੁਸ਼ੀ ਆ ਜਾਏ। ਜੀ ਖੁਸ਼ ਹੋਣਾ ਸਿੱਖੀਏ। ਇਹ ਡਿਪਰੈਸ਼ਨ ਜੋ ਅਸੀਂ ਆਪ ਕਰਦੇ ਹਾਂ ਤੇ ਆਪ ਹੀ ਆਪਣੇ ਬੱਚਿਆਂ ਨੂੰ ਵੀ ਦੇ ਦਿੰਦੇ ਹਾਂ, ਇਹਦੇ ਨਾਲ ਕੁਝ ਕਿਸੇ ਦਾ ਵੀ ਭਲਾ ਹੋਣਾ ਨਹੀਂ। ਪਰ ਕਿਸੇ ਵੀ ਹਾਲ ਵਿੱਚ ਫੋਨ ਤੇ ਕਿੰਨੀਆਂ ਗਾਜਰਾਂ ਖਾਣੀਆਂ, ਇਹ ਤਾਂ ਬਿਲਕੁਲ ਹੀ ਕਦੇ ਠੀਕ ਨਹੀਂ ਕਰਨ ਲੱਗੀ। ਜੀ ਮੈਮ, ਤੇ ਤੁਹਾਡੇ ਵਾਰ-ਵਾਰ ਜਿਹੜਾ ਗਾਜਰਾਂ ਦਾ ਜ਼ਿਕਰ ਕਰਨਾ, ਇਸ ਤੇ ਵੀ ਆਪਾਂ ਜ਼ਰੂਰ ਜਿਹੜੀ ਗੱਲਬਾਤ ਕਰਾਂਗੇ, ਕਿਉਂਕਿ ਅਕਸਰ ਮੈਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਨੂੰ ਪੁੱਛਦੀ ਹੁੰਦੀ ਹਾਂ ਕਿ ਮੈਮ ਅੱਜ ਤੁਸੀਂ ਦਰਸ਼ਕਾਂ ਦੇ ਲਈ ਕਿਹੜਾ ਟੋਟਕਾ ਲੈ ਕੇ ਆਏ ਹੋ, ਹੈ ਨਾ। ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸਵਾਦਿਸ਼ਟ ਖਾਣੇ ਦੱਸ ਦਿਓ, ਕਿਵੇਂ ਬਣਾਉਣਾ ਹੈ, ਅਲਸੀ ਦੀਆਂ ਪਿੰਨੀਆਂ ਦੱਸ ਦਿਓ, ਖੋਆ ਕਿਵੇਂ ਖਾਣਾ, ਘਿਓ ਕਿੰਨੀ ਮਾਤਰਾ 'ਚ ਖਾਣਾ, ਹੈ ਨਾ, ਕਿਹੜੀਆਂ ਚੀਜ਼ਾਂ ਦਾ ਅਸੀਂ ਸੇਵਨ ਕਰਨਾ ਤਾਂ ਕਿ ਅਸੀਂ ਤੰਦਰੁਸਤ ਰਹਿ ਸਕੀਏ। ਤਾਂ ਖਾਣ ਵਾਲਾ ਤਾਂ ਅਸੀਂ ਪੁੱਛਦੇ ਰਹਿੰਦੇ ਹਾਂ ਵੀ ਕੀ ਖਾਣਾ, ਕਿਵੇਂ ਖਾਣਾ, ਹੈ ਨਾ, ਬਸ ਖਾਂਦੇ ਰਹੋ। ਪਰ ਪੁਰਾਣਾ ਟਾਈਮ ਹੁੰਦਾ ਸੀ ਜਦੋਂ ਲੋਕ ਖਾ ਕੇ ਤਗੜਾ ਕੰਮ ਵੀ ਕਰਦੇ ਸੀ ਤਾਂ ਕਿ ਉਹਨਾਂ ਚੀਜ਼ਾਂ ਨੂੰ ਪਚਾਇਆ ਜਾ ਸਕੇ। ਪਰ ਸਾਡੇ ਵਰਗੇ ਪ੍ਰੋਗਰਾਮ ਜ਼ਰੂਰ ਦੇਖ ਲੈਂਦੇ ਨੇ, ਪ੍ਰੋਗਰਾਮ ਕਰ ਲੈਂਦੇ ਨੇ ਵੀ ਬਸ ਮੈਮ ਨੇ ਖਾਣ ਵਾਲਾ ਦੱਸਿਆ ਸੀ, ਬਸ ਖਾਈ ਜਾਓ, ਬਣਾਈ ਜਾਓ ਤੇ ਖਾਈ ਜਾਓ, ਹੈ ਨਾ। ਬਟ ਪਚਾਉਣਾ ਕਿਵੇਂ ਆ, ਕਿ ਕਿਸ ਤਰੀਕੇ ਦੇ ਨਾਲ ਅਸੀਂ ਉਸ ਨੂੰ ਪਚਾ ਸਕਦੇ ਹਾਂ, ਕਿੰਨੀ ਮਾਤਰਾ ਦੇ ਵਿੱਚ ਅਸੀਂ ਖਾ ਸਕਦੇ ਹਾਂ, ਜਾਂ ਕਿਹੜੀਆਂ ਚੀਜ਼ਾਂ ਨੇ। ਜਿਵੇਂ ਹੁਣ ਅੱਜ ਕੱਲ੍ਹ ਜਿਵੇਂ ਸਰਦੀ ਦਾ ਮੌਸਮ ਚੱਲ ਰਿਹਾ ਤਾਂ ਸਾਰੇ ਕਹਿ ਰਹੇ ਨੇ ਵੀ ਪੰਜੀਰੀ ਬਣਾ ਕੇ ਖਾ ਲਓ ਜੀ, ਖੋਆ ਬਣਾ ਕੇ ਖਾ ਲਓ ਜੀ, ਮਤਲਬ ਗਰਮ ਚੀਜ਼ਾਂ ਨੇ ਜਿਹੜੀਆਂ ਪੰਜੀਰੀ ਦੇ ਵਿੱਚ ਪਾਈਆਂ ਜਾਣ, ਖੋਏ 'ਚ ਪਾਈਆਂ ਜਾਣ, ਮਤਲਬ ਉਹ ਕਿਹੜੀ ਚੀਜ਼ ਹੈ ਦੁਨੀਆ ਭਰ ਦੀ ਆਪਾਂ ਕਹਿੰਦੇ ਵੀ ਆਹੀ 1-2 ਮਹੀਨੇ ਨੇ ਠੰਡ ਵਾਲੇ ਜਦੋਂ ਅਸੀਂ ਖਾ ਸਕਦੇ ਹਾਂ। ਪਰ ਉਹ ਖਾ ਤਾਂ ਲੈਂਦੇ ਹਾਂ, ਪਰ ਉਹਨੂੰ ਪਚਾਉਣਾ ਬੇਹੱਦ ਔਖਾ ਹੁੰਦਾ। ਤਾਂ ਕੋਈ ਵਿਰਲਾ ਹੋਊਗਾ ਜਿਹੜਾ ਮੈਂ ਕਹਿੰਦੀ ਹਾਂ ਵੀ ਸੈਰ ਕਰਦਾ, ਸਾਈਕਲਿੰਗ ਕਰਦਾ, ਜਿਮ ਜਾਂਦਾ, ਜਿਹੜਾ ਉਸਨੂੰ ਪਚਾ ਸਕਦਾ ਹੋਏਗਾ। ਪਰ ਬਾਕੀ ਬਹੁਤ ਸਾਰੇ ਨੇ, 70% ਐਸੇ ਲੋਕ ਨੇ ਮੇਰੇ ਵਰਗੇ ਜਿਹੜੇ ਸਿਰਫ ਖਾਣ ਤੇ ਜ਼ੋਰ ਲਾਈ ਰੱਖਦੇ ਨੇ। ਤਾਂ ਉਹਨਾਂ ਨੂੰ ਜ਼ਰੂਰ ਇਹ ਦੱਸੋ ਕਿ ਕਿਹੜੀਆਂ ਚੀਜ਼ਾਂ ਨੇ ਜੋ ਸਰਦੀ ਦੇ ਵਿੱਚ ਅਸੀਂ ਖਾ ਸਕਦੇ ਹਾਂ ਤੇ ਕਿਹੜੀਆਂ ਚੀਜ਼ਾਂ ਤੋਂ ਸਾਨੂੰ ਬੇਹੱਦ ਪਰਹੇਜ਼ ਹੈ ਜਿਹੜਾ ਉਹ ਕਰਨਾ ਚਾਹੀਦਾ। ਦੇਖੋ ਜੀ, ਪਹਿਲੀ ਚੀਜ਼ ਭਾਵੇਂ ਹੁਣ ਤੁਸੀਂ ਜੋ ਮਰਜ਼ੀ ਕਹਿ ਦਿਓ, ਤੁਸੀਂ ਘਰ ਰੱਸੀ ਟੱਪਣੀ ਹੈ ਤਾਂ ਦੇਖ ਲਓ, ਪੌੜੀਆਂ ਚੜ੍ਹਨੀਆਂ ਉਤਰਨੀਆਂ 50 ਵਾਰ ਉਹ ਦੇਖ ਲਓ, ਤੇ ਜਾਂ ਫਿਰ ਉਹ ਇੱਕ ਸਟੈਪ ਆਉਂਦਾ ਜੇ ਇੱਕ ਘਰ ਹੀ ਖਰੀਦ ਕੇ ਉਹ ਰੱਖ ਲਓ, ਉਹਦੇ ਉੱਤੇ ਹੀ ਭਾਵੇਂ ਤੁਸੀਂ 100 ਵਾਰ ਟੱਪ ਲਓ, ਕਰੋ ਜੋ ਮਰਜ਼ੀ, ਪਰ ਕਸਰਤ ਤੇ ਹਰ ਹਾਲ ਕਰਨੀ ਹੀ ਪੈਣੀ ਹੈ। ਕਿਉਂਕਿ ਹੁਣ ਮੈਂ ਇੱਥੇ ਕਰਕੇ ਨਹੀਂ ਦਿਖਾ ਸਕਦੀ, ਵਰਨਾ ਜੇ ਇੱਕ ਲੱਤ ਦੇ ਉੱਤੇ ਕੁਰਸੀ ਤੋਂ ਤੁਸੀਂ ਉੱਠ ਸਕਦੇ ਹੋ, ਯਾਨੀ ਜ਼ੋਰ ਪਾ ਕੇ ਬੈਠੀ ਕੁਰਸੀ ਤੋਂ ਇੱਕ ਲੱਤ ਦੇ ਨਾਲ ਦੂਜੀ ਉੱਪਰ ਚੁੱਕੀ ਹੋਵੇ, ਤੇ ਜੇ ਤੁਸੀਂ ਖੜੇ ਹੋ ਸਕਦੇ ਹੋ ਤਾਂ ਤੁਸੀਂ ਪੂਰਨ ਰੂਪ ਵਿੱਚ ਤੰਦਰੁਸਤ ਹੋ, ਤੁਹਾਡੇ ਪੱਠੇ ਠੀਕ ਨੇ। ਪਰ ਜਦੋਂ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਸਮਝ ਲਓ ਕਿ ਸਿਰਫ ਤੇ ਸਿਰਫ ਅਗਲੇ 10 ਹੀ ਵਰੇ ਨੇ, ਜਿਸ ਤੋਂ ਬਾਅਦ ਤੁਹਾਡੇ ਪੱਠਿਆਂ ਦੀ, ਤੁਹਾਡੇ ਜੋੜਾਂ ਦੀ ਤਕਲੀਫ, ਪਿੱਠ ਦੀ, ਮੋਢਿਆਂ ਦੀ ਕੁਛ ਨਾ ਕੁਛ ਤੁਹਾਨੂੰ ਜਕੜਨ ਵਾਲੀ ਹੈ। ਇਹ ਪ੍ਰੀ ਵਾਰਨਿੰਗ ਸਾਈਨਸ ਆ ਚੁੱਕੇ ਨੇ ਸਾਡੇ ਕੋਲ। ਸੋ ਇਸੇ ਕਾਰਨ ਤੁਸੀਂ ਇਹ ਕਿ ਕਸਰਤ ਤਾਂ ਹਰ ਹਾਲ ਵਿੱਚ ਆਪਣੇ ਪੱਠਿਆਂ ਨੂੰ, ਆਪਣੇ ਮਸਲਸ ਨੂੰ ਤਗੜੇ ਕਰਨ ਲਈ ਕਰਨੀ ਹੀ ਪੈਣੀ ਹੈ। ਤੇ ਦੂਸਰੀ ਚੀਜ਼ ਜਿਹੜੀ ਖੁਰਾਕ ਵਿੱਚ, ਜਿਵੇਂ ਆਪਾਂ ਗੱਲ ਕਰਦੇ ਹਾਂ ਵਾਧੂ ਖਾਧਾ ਜਾਂਦਾ, ਤਾਂ ਫਿਰ ਕੋਸ਼ਿਸ਼ ਕੀਤੀ ਜਾਵੇ ਅੰਨ ਉਹ ਲੈਣਾ ਜਿਹਦੇ ਵਿੱਚ ਉਹਦੇ ਨਾਲ ਛਾਣ ਬੂਰਾ ਜ਼ਰੂਰ ਹੋਵੇ, ਫਾਈਬਰ ਜ਼ਿਆਦਾ ਹੋਵੇ। ਤੇ ਜੇ ਕਣਕ ਹੀ ਲੈਣੀ ਹੈ ਤਾਂ ਛਾਣ ਬੂਰੇ ਵਾਲੀ ਲਓ। ਜਾਂ ਇਹੀ ਸਮਾਂ ਜੇ ਜਦੋਂ ਰਾਗੀ, ਮੱਕੀ ਤੇ ਬਾਜਰਾ, ਇਹ ਜਿੱਥੇ ਸਿਹਤਮੰਦ ਰੱਖਣਗੇ, ਐਂਟੀਆਕਸੀਡੈਂਟ ਤਗੜੇ ਨੇ, ਕੈਂਸਰ ਤੱਕ ਤੋਂ ਬਚਾਉਂਦੇ ਨੇ, ਜੋੜਾਂ ਦੀ ਠੀਕ ਰੱਖਦੇ ਨੇ, ਸਭ ਕੁਝ ਠੀਕ ਰੱਖਣ ਦੇ ਨਾਲ ਨਾਲ ਸਾਡੇ ਫਾਲਤੂ ਜਿਹੜਾ ਗਿਆ ਅੰਦਰ ਮਿੱਠਾ, ਠੰਡਾ, ਸਭ ਕੁਝ ਉਹਨੂੰ ਐਬਜ਼ੌਰਪਸ਼ਨ ਵੀ ਘਟਾਉਂਦੇ ਨੇ। ਸੋ ਭਾਰ ਕਾਬੂ ਵਿੱਚ ਰੱਖਣਾ ਤਾਂ ਇਹ ਚੀਜ਼ਾਂ ਤੁਹਾਨੂੰ ਲੈਣੀਆਂ ਹੀ ਪੈਣੀਆਂ। ਯਾਨੀ ਨਾਸ਼ਤੇ ਵਿੱਚ ਮੱਕੀ ਜਾਂ ਬਾਜਰਾ ਜਾਂ ਰਾਗੀ ਦਾ ਆਟਾ ਜ਼ਰੂਰ ਖਾਇਆ ਕਰੋ। ਉਹਦੇ ਵਿੱਚ ਤੁਸੀਂ ਮੱਕੀ ਤੇ ਮੇਥੀ ਬਣਾ ਸਕਦੇ ਹੋ, ਜਾਂ ਤੁਸੀਂ ਬਾਜਰੇ ਦੀ ਖੀਰ ਬਣਾ ਸਕਦੇ ਹੋ, ਜਾਂ ਤੁਸੀਂ ਰਾਗੀ ਦਾ ਦਲੀਆ ਬਣਾ ਕੇ ਲੈ ਸਕਦੇ ਹੋ, ਜਾਂ ਉਹਦੇ ਵਿੱਚ ਪਾਲਕ ਤੁਸੀਂ ਤਾਜ਼ੀ, ਥੋੜਾ ਜਿਹਾ ਪਿਆਜ਼ ਬਰੀਕ ਕੱਟ ਕੇ ਤੁਸੀਂ ਸ਼ੁਰੂ ਕਰੋ।
ਪਰ ਖਿਮਾ ਕਰਿਓ, ਮੈਂ ਇਹ ਨਹੀਂ ਕਹਿ ਰਹੀ ਕਿ ਲਵਾ-ਲਵ ਘਿਓ ਦੇ ਵਿੱਚ ਜੇ ਤੁਸੀਂ ਉਹਨੂੰ ਬਣਾਉਣਾ ਜੇ। ਇਹਨੂੰ ਬਿਲਕੁਲ ਬਿਨਾਂ ਘਿਓ ਦੇ ਬਣਾ ਕੇ ਬਾਅਦ ਵਿੱਚ ਜ਼ਰੂਰ ਤੁਸੀਂ ਥੋੜਾ ਜਿਹਾ ਚਿੱਟਾ ਵਾਲਾ ਮੱਖਣ, ਪੀਲਾ ਨਹੀਂ ਕਹਿ ਰਹੀ, ਜਿਸ 'ਚ ਨਮਕ ਹੁੰਦਾ ਜੋ ਠੀਕ ਨਹੀਂ ਹੈ, ਤਾਂ ਤਾਜ਼ਾ ਕੱਢਿਆ ਮੱਖਣ ਜਾਂ ਥੋੜਾ ਜਿਹਾ ਦੇਸੀ ਘਿਓ ਉੱਪਰ ਲਾ ਕੇ ਤੁਸੀਂ ਚਮਚੇ ਦਾ ਤੀਸਰਾ ਹਿੱਸਾ ਜ਼ਰੂਰ ਖਾ ਸਕਦੇ ਹੋ। ਇੰਨੀ ਕੁ એનર્ਜੀ ਦੀ ਲੋੜ ਹੁੰਦੀ ਜੇ। ਇਹੀ ਸਮਾਂ ਜਦੋਂ ਤੁਹਾਨੂੰ ਪ੍ਰੋਟੀਨ ਵੱਧ ਦੀ ਲੋੜ ਹੈ, ਸੋ ਤੁਸੀਂ ਅੰਡਾ ਜਾਂ ਮੱਛੀ ਜਾਂ ਮੀਟ ਲੈਣਾ ਚਾਹੋ, ਪਰ ਨਾਲ ਦਾਲਾਂ ਸਬਜ਼ੀਆਂ ਇਹਨਾਂ ਤੇ ਜ਼ਰੂਰ ਜ਼ੋਰ ਪਾਓ, ਇਹ ਬਹੁਤ ਵਧੀਆ ਨੇ। ਤੇ ਇਹਦੇ ਵਿੱਚ ਦਹੀਂ ਦੀ ਖਾਸੀਅਤ ਬਹੁਤ ਜੇ, ਇਹਨਾਂ ਦਿਨਾਂ ਵਿੱਚ ਤਾਜ਼ਾ ਜੰਮਿਆ ਦਹੀਂ ਜ਼ਰੂਰ ਲੈਣਾ ਚਾਹੀਦਾ ਜੇ, ਜੀ। ਬਿਨਾਂ ਫਾਲਤੂ ਲੂਣ ਪਾਇਆ। ਹੂੰ ਸੋ ਤੁਸੀਂ ਤਾਜ਼ਾ ਲਓ, ਉਹਦੇ ਚ ਪ੍ਰੋਬਾਇਓਟਿਕਸ ਬਹੁਤ ਨੇ ਜੋ ਸਰਦੀਆਂ ਵਿੱਚ ਟੱਟੀਆਂ ਜਿਹੜੀਆਂ ਲੱਗਦੀਆਂ ਨੇ ਉਹਨਾਂ ਤੋਂ ਬਚਾਉਂਦੇ ਵੀ ਨੇ, ਹੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਉਂਦੇ। ਤੇ ਇੱਕ ਅਹਿਮ ਚੀਜ਼ ਜੋ ਤੁਸੀਂ ਕਹਿ ਰਹੇ ਨਾ ਕਰਨ ਵਿੱਚ, ਸਾਨੂੰ ਲੱਗਦਾ ਹੈ ਚਾਹ ਕੌਫੀ ਸ਼ਰਾਬ ਇਹ ਸਮਾਂ ਦੱਬ ਕੇ ਪੀ ਸਕਦੇ ਹਾਂ, 4-4 ਕੱਪ 5-5 ਕੱਪ। ਚਾਹ ਕੌਫੀ ਨਾਲ ਡੀਹਾਈਡਰੇਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਜੇ। ਸੋ ਕੋਸ਼ਿਸ਼ ਕਰੋ ਜੇ ਤੁਸੀਂ ਚਾਹ ਜਾਂ ਕੌਫੀ ਪੀਤੀ ਜੇ, ਜੋ ਕਿ ਅਸੀਂ ਆਈਡਲੀ 2 ਕੱਪ ਤੋਂ ਉੱਪਰ ਨਹੀਂ ਪੀਣੇ ਚਾਹੀਦੇ, ਹੂੰ ਤਾਂ ਬਾਅਦ ਵਿੱਚ ਜ਼ਰੂਰ ਥੋੜਾ ਰੁਕ ਕੇ ਕੋਸੇ ਪਾਣੀ ਦਾ ਅੱਧਾ ਗਿਲਾਸ ਲਾਜ਼ਮੀ ਪੀ ਲਿਆ ਕਰੋ। ਉਹਦੇ ਨਾਲ ਡੀਹਾਈਡਰੇਸ਼ਨ ਜਿਹੜੀ ਹੈ ਉਹ ਠੀਕ ਹੋ ਜਾਂਦੀ ਜੇ, ਕਿਉਂਕਿ ਇਹ ਜ਼ਿਆਦਾ ਪੀਣ ਨਾਲ ਚਾਹ ਕੌਫੀਆਂ ਚਿਹਰੇ ਦੇ ਉੱਤੇ ਸਾਡੇ ਝੁਰੜੀਆਂ ਵੀ ਦਿਸਣ ਲੱਗ ਜਾਣਗੀਆਂ, ਡਰਾਈਨੈਸ ਹੋ ਜਾਂਦੀ ਹੈ। ਉਸ ਤੋਂ ਬਚਣ ਲਈ, ਚਿਹਰੇ ਦੀ ਰੌਣਕ ਬਰਕਰਾਰ ਰੱਖਣ ਲਈ ਪਾਣੀ ਤਾਂ 6 ਤੋਂ 8 ਗਿਲਾਸ ਰੋਜ਼ ਲੈਣਾ ਹੀ ਪੈਣਾ। ਉਹਦੇ ਵਿੱਚ ਭਾਵੇਂ ਤੁਸੀਂ ਸੂਪ ਬਣਾ ਲਓ ਹੂੰ ਤੇ ਭਾਵੇਂ ਫਿਰ ਤੁਸੀਂ ਉਹ ਕਮਾਲ ਦਾ ਨੁਸਖਾ ਜੋ ਅਸੀਂ ਚਾਹ ਦਾ ਹੁਣ ਦੱਸਣ ਲੱਗਿਆ ਉਹ ਲੈ ਸਕਦੇ ਹੋ, ਜਿਸ 'ਚ ਪੱਤੀ ਨਹੀਂ ਪੈਣੀ, ਹੂੰ ਦੁੱਧ ਨਹੀਂ ਪੈਣਾ, ਤੁਸੀਂ ਸਿਰਫ ਪਾਣਾ ਜੇ 1 ਲੌਂਗ। ਜੇ 2 ਜਣਿਆਂ ਲਈ ਚਾਹ ਬਣਾ ਰਹੇ ਹੋ, ਦੇਖੋ ਨਵਦੀਪ ਜੀ, ਤੁਹਾਨੂੰ ਤੇ ਮੈਨੂੰ ਤਾਂ ਯਾਰ ਸਾਡੇ ਦੋਵਾਂ 'ਚ ਇੱਕ ਨੂੰ ਤਾਂ ਸੱਦਣਾ ਹੀ ਪਏਗਾ ਨਾ, ਜੀ ਮੈਮ ਜਾਂ ਜੀ ਫਿਰ ਆਪਾਂ ਜਿਹੜਾ ਵੀ ਬਣਾਉਣ ਲੱਗਾ ਅਸੀਂ ਤਿੰਨੋਂ ਬੈਠ ਕੇ ਇਕੱਠੇ ਪੀ ਸਕਦੇ ਹਾਂ। ਜੀ ਸੋ ਜੇ ਇੱਕ ਜਣੇ ਦਾ ਨੁਸਖਾ ਮੈਂ ਦੱਸਣਾ ਹੀ ਨਹੀਂ, ਸੋ 2 ਜਾਂ 3 ਲਈ ਦੱਸਣ ਲੱਗੀ ਆ। ਜੇ ਚਾਹ ਬਣਾਓਗੇ ਉਹਦੇ ਵਿੱਚ ਜੀ ਤੁਸੀਂ 1 ਲੌਂਗ, 1 ਛੋਟੀ ਇਲਾਚੀ, 1 ਹੂੰ ਮੋਟੀ ਇਲਾਚੀ, 5 ਪੱਤੇ ਪੁਦੀਨੇ ਦੇ, ਹੂੰ ਸੌਂਫ ਦਾ ਅੱਧਾ ਚਮਚ ਤੇ ਦਾਲਚੀਨੀ ਦਾ ਤੀਸਰਾ ਹਿੱਸਾ, ਹੂੰ ਜੋ ਪੀਸੀ ਹੋਈ ਦਾਲਚੀਨੀ ਉਹ ਪਾ ਕੇ, ਤੇ ਫਿਰ ਵਿੱਚ ਅਦਰਕ ਦਾ ਛੋਟਾ ਜਿਹਾ ਟੋਟਾ ਤੇ ਹੂੰ ਤਾਜ਼ੀ ਹਲਦੀ ਜੇ ਤੁਹਾਨੂੰ ਮਿਲ ਜਾਏ ਉਹ ਕੁੱਟ ਕੇ ਅਖੀਰ ਵਿੱਚ ਪਾਣੀ ਉਬਲ ਚੁੱਕਾ ਕੀ ਚੀਜ਼ਾਂ ਨਾਲ ਅਖੀਰ ਵਿੱਚ ਉਹ ਕੁੱਟ ਕੇ ਤੁਸੀਂ ਜਦੋਂ ਪਾਣਾ ਜੇ, ਉਦੋਂ ਉਹ ਉਬਲੇ ਪਾਣੀ ਨੂੰ ਥੱਲੋਂ ਗੈਸ ਬੰਦ ਕਰਕੇ ਉੱਤੇ ਢੱਕਣ ਦੇ ਕੇ ਰੱਖ ਲਿਓ, ਜੀ ਤਾਂ ਕਿ ਉਹ ਸਾਰਾ ਵਿੱਚ ਤੁਹਾਨੂੰ ਇਕੱਠਾ ਉਹ ਮਿਲ ਜਾਵੇ। ਹੂੰ ਤੇ ਜਦੋਂ ਤੁਸੀਂ ਉਹਨੂੰ ਪੀਣ ਲੱਗੇ ਹੋ, ਅੱਧਾ ਕੁ ਚਮਚ ਸ਼ਹਿਦ ਦਾ ਵਿੱਚ ਉਹਦੇ ਵਿੱਚ ਜਦੋਂ ਕੱਪ ਦੇ ਵਿੱਚ ਇਹ ਪਾ ਲਿਆ, ਫਿਰ ਪਾ ਕੇ ਪੀ ਲਓ, ਤੇ ਫਿਰ ਦੇਖੋ ਕਮਾਲ ਕੀ ਵਾਪਰਦਾ ਜੇ। ਹੂੰ ਪੁੱਛਾਂਗੇ ਅਸੀਂ 15 ਦਿਨਾਂ ਬਾਅਦ ਕਿ ਦੇਖੋ ਜੀ ਤੁਹਾਨੂੰ ਕੀ ਫਰਕ ਮਹਿਸੂਸ ਹੋਇਆ। ਪਰ ਹੂੰ ਫਰਕ ਤਾਂ ਹੀ ਮਹਿਸੂਸ ਹੋਣਾ ਜੇ ਨਵਦੀਪ ਜੀ ਨਾਲ ਹੋਣਗੇ ਜਾਂ ਮੈਂ ਹੋਵਾਂਗੀ, ਵਰਨਾ ਇਹਦੇ ਚ ਕੁਝ ਵੀ ਹਾਸਲ ਨਹੀਂ ਹੋਣਾ। ਜੀ ਤੇ ਇੱਕ ਹੋਰ ਚੀਜ਼ ਜ਼ਰੂਰ, ਜੀ ਜੇ ਸਮਾਂ ਹੋਏ ਮੈਂ ਫਲਾਂ ਬਾਰੇ ਜ਼ਰੂਰ ਦੱਸਣਾ ਚਾਹੁੰਦੀ ਹਾਂ। ਜੀ ਮੈਮ ਆਪਣੇ ਕੋਲ 5 ਮਿੰਟ ਦਾ ਸਮਾਂ ਹੈ, ਤੁਸੀਂ ਦੱਸ ਸਕਦੇ ਹੋ। ਹਾਂਜੀ, ਤਾਂ ਕੁਝ ਸਬਜ਼ੀਆਂ ਤੇ ਕੁਝ ਫਲਾਂ ਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹੁੰਦੀ ਹਾਂ। ਅਮਰੂਦ ਬਹੁਤ ਵਧੀਆ ਜੇ, ਹੂੰ ਤੁਸੀਂ ਜੇ ਲੈ ਸਕੋ ਸੰਤਰਾ ਜਾਂ ਮੌਸਮੀ ਬਹੁਤ ਵਧੀਆ, ਵਿਟਾਮਿਨ ਸੀ ਉਹਦੇ ਚ ਚਲਾ ਜਾਣਾ। ਪਰ ਇਹੋ ਸਮਾਂ ਜੇ ਜਦੋਂ ਔਲਾ ਜਾਂ ਆਂਵਲਾ, ਤੁਸੀਂ ਜੋ ਵੀ ਕਹਿਣਾ ਜ਼ਰੂਰ ਲਿਆ ਕਰੋ। ਜੇ ਤੁਸੀਂ ਮੁਰੱਬਾ ਖਾਣਾ ਭਾਵੇਂ ਤਾਂ ਉਹਨੂੰ ਚੰਗੀ ਤਰ੍ਹਾਂ ਪਾਣੀ ਦਿਓ ਤਾਂ ਕਿ ਫਾਲਤੂ ਮਿੱਠਾ ਨਿਕਲ ਜਾਏ, ਹੂੰ ਜਾਂ ਫਿਰ ਉਹਨੂੰ ਤੁਸੀਂ ਆਪ ਘਰ ਸਬਜ਼ੀ ਵਾਂਗ ਬਣਾਉਂਦੇ ਹੋ ਜਾਂ ਉਹ ਜ਼ਰੂਰ ਲੈਣਾ ਸ਼ੁਰੂ ਕਰੋ। ਇਸੇ ਤਰ੍ਹਾਂ ਸ਼ੱਕਰਕੰਦੀ ਹੂੰ ਬਹੁਤ ਜ਼ਿਆਦਾ ਵਧੀਆ ਹੁੰਦੀ ਜੇ, ਆਪਾਂ ਅਗਲੇ ਪ੍ਰੋਗਰਾਮ ਭਾਵੇਂ ਪੂਰਾ ਹੀ ਉਹਦੇ ਤੇ ਕਰ ਸਕਾਂਗੇ। ਜੀ ਚੁਕੰਦਰ ਕਮਾਲ ਜੇ, ਇਹ ਤੁਸੀਂ ਸੈਲਡ ਦੇ ਵਿੱਚ ਲੈ ਸਕਦੇ ਹੋ ਇਹਨੂੰ ਕੱਟ ਕੇ। ਸ਼ਲਗਮ, ਗਾਜਰ, ਮੂਲੀ ਬਹੁਤ ਤਗੜੇ ਵਧੀਆ ਨੇ, ਕਿਉਂਕਿ ਇਹ ਹੁਣ ਦੇ ਖਾਦੇ ਪੂਰਾ ਸਾਲ ਤੁਹਾਨੂੰ ਅਸਰ ਦਿਖਾਉਣਗੇ। ਜਿਵੇਂ ਮੈਂ ਵਾਰ-ਵਾਰ ਗਾਜਰ ਦਾ ਜ਼ਿਕਰ ਕੀਤਾ ਸੀ, ਜਿਹਨੂੰ ਸ਼ਰਾਬ ਦੀ ਆਦਤ ਹੋਏ, ਕਾਂਜੀ ਬਣਾ ਕੇ ਤੁਸੀਂ ਪੀ ਸਕਦੇ ਹੋ। ਕਾਲੀਆਂ ਹੂੰ ਗਾਜਰਾਂ ਦੇ ਵਿੱਚ ਮਸਟਰਡ ਸੀਡਸ ਪਾ ਕੇ ਹੂੰ ਤੇ ਕਾਲਾ ਲੂਣ ਪਾ ਕੇ ਇਹਨੂੰ ਰੱਖ ਲਓ, ਤੇ ਕਮਾਲ ਦਾ ਫਿਰ ਕਿਸ ਤਰੀਕੇ ਦਾ ਸਵਾਦ ਆਉਂਦਾ ਜੇ। ਪਰ ਬਰੋਕਲੀ ਤੇ ਪੱਤ ਗੋਭੀ ਹੂੰ ਦੋਨੋਂ ਹੀ ਬਹੁਤ ਕਮਾਲ ਨੇ।
ਸੋ ਇਹ ਸਬਜ਼ੀ ਤੁਸੀਂ ਆਲਟਰਨੇਟ ਬਣਾ ਸਕਦੇ ਹੋ। ਇਹੋ ਸਮਾਂ ਜੇ ਜੋ ਬੰਦ ਮੁੱਠੀ ਦੇ ਵਿੱਚ ਤੁਹਾਡੇ ਭਾਵੇਂ ਉਹ ਕਾਜੂ ਹੋਏ, ਬਦਾਮ ਹੋਵੇ, ਸੌਗੀ ਅਖਰੋਟ ਹੈ, ਰਲਵੇਂ ਮਿਲਵੇਂ ਜੋ ਇੱਕ ਮੁੱਠੀ 'ਚ ਬੰਦ ਹੋਣੋਂ ਤੁਸੀਂ ਲੈ ਸਕਦੇ ਹੋ। ਮੂੰਗਫਲੀ ਇਸੇ ਤਰ੍ਹਾਂ ਹੀ ਤੁਸੀਂ ਖਾ ਸਕਦੇ ਹੋ, ਜਿਹਨੂੰ ਤੁਸੀਂ ਛਿੱਲ ਵੀ ਲਈ ਹੈ ਤਾਂ ਖਿਆਲ ਰੱਖਿਓ ਵੀ ਬੰਦ ਮੁੱਠੀ 'ਚ ਜਿੰਨੀ ਆਵੇ, ਯਾਨੀ ਵਾਧੂ ਚੀਜ਼ ਹਮੇਸ਼ਾ ਖਰਾਬ ਹੀ ਕਰਦੀ ਜੇ। ਸੋ ਇਹ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਕਾਫੀ ਫਾਇਦਾ ਦੇ ਸਕਦੀਆਂ ਨੇ, ਜਿਸ 'ਚ ਬਾਥੂ ਕਿਤੇ ਭੁੱਲ ਨਾ ਜਾਣਾ, ਹੱਡੀਆਂ ਦੇ ਕਮਾਲ ਦੀ ਖੁਰਾਕ ਜੇ, ਜਿਸ ਦਾ ਐਂਟੀ ਕੈਂਸਰ ਇਫੈਕਟ ਇੰਨਾ ਤਗੜਾ ਦਿਸ ਚੁੱਕਾ ਹੈ ਕਿ ਇਸ ਤੋਂ ਇੰਟਰਨੈਸ਼ਨਲ ਪੱਧਰ ਤੇ ਦਵਾਈਆਂ ਤੱਕ ਬਣ ਚੁੱਕੀਆਂ। ਸੋ ਜਿਹੜੇ ਕੋਈ ਕਿਸਾਨ ਵੀਰ ਸੁਣਦੇ ਹੋਣ, ਮੈਂ ਉਹਨਾਂ ਦੀ ਬੇਨਤੀ ਕਰਦੀ ਹਾਂ, ਸਪਰੇਆਂ ਦੇ ਵਿੱਚ ਜਦੋਂ ਕਣਕ 'ਚ ਉੱਗੀ ਜੇ ਬੂਟੀ, ਨਾਸ ਨਾ ਮਾਰ ਦੇਣਾ। ਇਸ ਤੋਂ ਕਮਾਲ ਦੀ ਚੀਜ਼ ਸਾਨੂੰ ਮੁੜ ਕੇ ਕੁਦਰਤ ਨੇ ਦੇਣੀ ਨਹੀਂ। ਸੋ ਬਾਥੂ ਤਾਂ ਹਰ ਹਾਲ ਵਿੱਚ ਰੋਜ਼ ਕਿਸੇ ਹੀ ਸਬਜ਼ੀ 'ਚ, ਭਾਵੇਂ ਉਹਨੂੰ ਸੁਕਾ ਕੇ ਧੂੜ ਲਓ ਜਾਂ ਵੈਸੇ ਬਣਾ ਲਓ, ਭਾਵੇਂ ਨਾਸ਼ਤੇ 'ਚ ਹੀ ਲਓ, ਜਿਵੇਂ ਮਰਜ਼ੀ ਲਓ, ਕਿਉਂਕਿ ਉਹਦੇ ਵਿਚਲਾ ਆਇਰਨ, ਕੈਲਸ਼ੀਅਮ, ਵਿਟਾਮਿਨ ਏ, ਸੀ, ਬੀ ਢੇਰ ਲੱਗਿਆ ਜੇ, ਭਾਰ ਵੀ ਘਟਾਉਂਦਾ ਜੇ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਜੇ। ਸੋ ਇਹ ਜ਼ਰੂਰੀ ਜੇ। ਤੇ ਇਹਦੇ ਨਾਲੋਂ ਨਾਲ ਹੁਣ ਜਿਸਨੇ ਵੀ ਖਾਣਾ ਜੇ, ਉਹ ਬੀਜਾਂ ਦਾ ਰਿਵਾਜ ਜੇ, ਸੁਪਰ ਫੂਡ ਬਣਾ ਕੇ। ਸੋ ਮੈਂ ਉਹਨਾਂ ਦੁਕਾਨਦਾਰਾਂ ਦਾ ਕੰਮ ਕਰਨਾ ਹੀ ਬੰਦ ਕਰਨਾ, ਜਿਹਦਾ ਦਿਲ ਕਰਦਾ ਪੇਠੇ ਦੇ ਬੀਜ ਖਾਣ ਨੂੰ ਜ਼ਰੂਰ ਖਾ ਲਓ, ਪਰ ਇਹ ਬਾਕੀ ਦੀ ਜੋ ਚੀਜ਼ਾਂ ਦੱਸੀਆਂ ਇਹ ਜ਼ਰੂਰ ਲੈਣਾ ਸ਼ੁਰੂ ਕਰੋ। ਬਹੁਤ ਵਧੀਆ। ਜੀ ਮੈਮ, ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਦਰਸ਼ਕਾਂ ਨੂੰ ਬਹੁਤ ਸਾਰੀਆਂ ਅਹਿਮ ਜਾਣਕਾਰੀਆਂ ਦਿੱਤੀਆਂ ਤੇ ਅੱਜ ਜਿਸ ਤਰੀਕੇ ਦੇ ਨਾਲ ਗੱਲਬਾਤ ਕੀਤੀ ਕਿ ਬੱਚਿਆਂ ਦਾ ਜਿਹੜਾ ਡਿਪਰੈਸ਼ਨ ਹੈ ਉਹ ਲਗਾਤਾਰ ਵੱਧ ਰਿਹਾ ਹੈ, ਸਾਨੂੰ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ, ਸਾਨੂੰ ਆਪਣੇ ਵੱਲ, ਆਪਣੇ ਪਰਿਵਾਰ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਜੋ ਛੋਟੇ ਬੱਚੇ ਨੇ ਉਹ ਕਿਤੇ ਅਜਿਹੀ ਕਿਸੇ ਬਿਮਾਰੀ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ, ਜਾਂ ਕਿਹੜੇ ਉਹ ਕਾਰਨ ਨੇ ਜਿਸ ਸਦਕਾ ਉਹ ਇਸ ਬਿਮਾਰੀ ਵੱਲ ਧਕੇਲੇ ਜਾ ਰਹੇ ਨੇ। ਇਹਨਾਂ ਚੀਜ਼ਾਂ ਵੱਲ ਧਿਆਨ ਬੇਖਤ ਦੇਣਾ। ਤੇ ਅਗਲੀ ਗੱਲ, ਸਰਦੀਆਂ ਦਾ ਮੌਸਮ ਚੱਲ ਰਿਹਾ ਹੈ, ਵੱਖੋ ਵੱਖਰੇ ਥਾਵਾਂ ਤੇ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ, ਬਰਫ਼ਬਾਰੀ ਹੋ ਰਹੀ ਹੈ। ਸੋ ਜਿਹੜੀਆਂ ਵੀ ਚੀਜ਼ਾਂ ਦਾ ਜ਼ਿਕਰ ਕੀਤਾ ਇਸ ਪ੍ਰੋਗਰਾਮ ਦੇ ਵਿੱਚ ਕਿ ਤੁਸੀਂ ਕੀ ਖਾ ਸਕਦੇ ਹੋ, ਅਕਸਰ ਅਸੀਂ ਜ਼ਿਕਰ ਕਰਦੇ ਹਾਂ ਕਿ ਰਾਗੀ ਦਾ ਆਟਾ, ਕੋਦਰੇ ਦਾ ਆਟਾ ਬੇहद ਜ਼ਰੂਰੀ ਹੈ। ਰਾਗੀ, ਕੋਦਰਾ, ਭਾਵੇਂ ਦਲੀਆ, ਖਿਚੜੀ, ਜੋ ਵੀ ਤੁਹਾਡਾ ਬਣਾਉਣ ਦਾ, ਖਾਣ ਦਾ ਮਨ ਹੋਵੇ ਉਹ ਤੁਸੀਂ ਖਾ ਸਕਦੇ ਹੋ। ਪਰ ਬਾਜਰੇ ਦੀ ਖਿਚੜੀ ਤੋਂ ਮੈਨੂੰ ਯਾਦ ਆਇਆ ਕਿ ਪੰਜਾਬ ਦੇ ਵਿੱਚ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਜੋ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹ ਬਾਜਰੇ ਦੀ ਖਿਚੜੀ ਸਰਦੀ ਦੇ ਦਿਨਾਂ ਦੇ ਵਿੱਚ ਜ਼ਰੂਰ ਬਣਾਉਂਦੇ ਨੇ। ਖਾਸ ਕਰਕੇ ਜਿਵੇਂ ਹੁਣ ਲੋਹੜੀ ਨੇੜੇ ਆ ਰਹੀ ਹੈ ਤਾਂ ਉਦੋਂ ਬਹੁਤ ਸਾਰੇ ਘਰ ਐਸੇ ਹੋਣਗੇ ਜਿੱਥੇ ਬਾਜਰੇ ਦੀ ਖਿਚੜੀ ਬਣੇਗੀ, ਤਾਂ ਉਹ ਵੀ ਬੜੀ ਸਵਾਦਿਸ਼ਟ ਹੁੰਦੀ ਹੈ ਜੇ ਉਹਨੂੰ ਬਣਾਉਣ ਦਾ ਤਰੀਕਾ ਹੋਵੇ, ਕਿਉਂਕਿ ਉਹਦੇ ਵਿੱਚ ਵੀ ਬਹੁਤ ਸਾਰੀਆਂ ਦਾਲਾਂ ਦਾ ਮੇਲ ਹੁੰਦਾ। ਸੋ ਸਾਰਿਆਂ ਨੇ ਖਾਣ ਪੀਣ ਦੇ ਵੱਲ ਧਿਆਨ ਜ਼ਰੂਰ ਦੇਣਾ ਜੀ। ਜਿਵੇਂ ਕਿ ਮੈਮ ਨੇ ਕਿਹਾ ਕਿ ਇਹ ਸੁਨਹਿਰੀ ਉਹ ਸਮਾਂ, ਸਰਦੀਆਂ ਦਾ ਖਾਸ ਕਰਕੇ ਸਮਾਂ, ਜਦੋਂ ਬੇहद ਖੁਰਾਕਾਂ ਅਸੀਂ ਖਾ ਸਕਦੇ ਹਾਂ ਤੇ ਉਹ ਖੁਰਾਕਾਂ ਪੂਰਾ ਸਾਲ ਸਾਡੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖ ਸਕਦੀਆਂ ਨੇ। ਸੋ ਤੁਸੀਂ ਸਾਰਿਆਂ ਨੇ ਆਪਣੀ ਸਿਹਤ ਦੇ ਵੱਲ ਧਿਆਨ ਜ਼ਰੂਰ ਦੇਣਾ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ। ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਇਹ ਵੀ ਤੁਸੀਂ ਸਾਨੂੰ ਜ਼ਰੂਰ ਦੱਸਣਾ। ਫੇਸਬੁੱਕ ਤੇ YouTube ਦੇ ਜ਼ਰੀਏ ਤੁਸੀਂ ਕਮੈਂਟ ਕਰਕੇ ਆਪਣੇ ਸੁਝਾਅ ਤੇ ਜਿਹੜੇ ਸਵਾਲ ਨੇ ਉਹ ਰੱਖ ਸਕਦੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ। ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਕੁਝ ਸੁਣੀਏ ਕੁਝ ਕਹੀਏ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।